चाननी चेतनता, सदा चाननी चेतनता, सदा चाननी चेतनता, सदा चाननी चेतनता, सदा चाननी चेतनता। गुरु पिता डॉक्टर जगजीत सिंह गरेवाल जी की इजाजत के नाल आपां ये प्रोग्राम शुरू करन लगे हाँ। सहजधारा सत्संग का यह प्रोग्राम सहजधारा ग्रंथ विच पेश किए गए रूहानीयत के लुकਵੇਂ भेदां नूं एक एक करके ही खोलण का उपराला है। इसे लड़ी विच पिछले प्रोग्राम विच मनुख लई मुक्ति प्राप्त करने के गंभीर रूहानी सफ़र की वार्ता शुरू हुई है। उस संदर्भ दे विच सहज साधकां वल्लों ते नवें जुड़े दर्शकों वल्लों भी काफ़ी बेनती प्राप्त हुई जी। उन्होंने कहा भी सधारण लोगों के पद्धर के उत्ते लोक सुखीए परलोक सहेले की कथा शुरू की जाए तां जो इच्छावान बंदे भी अपना भला सोच सकन जी। क्योंकि पहले प्रवचनों राही सिद्धांतक जी रूहानी जानकारी प्राप्त हो गई। ये बारे तुसीं डिटेल दे विच ये कि जिहड़ा मुख वाक हैगा इन्हों आपां मनदे लोक सुखीए परलोक सहेले जी। ਇਹ ਅਸਲ ਦੇ ਵਿੱਚ ਮਨੋਰਥ ਹੈ ਜ਼ਿੰਦਗੀ ਜਿਉਣ ਦਾ ਜੀ। ਲੋਕ ਸੁਖੀ ਦਾ ਮਤਲਬ ਹੁੰਦਾ ਕਿ ਅਸੀਂ ਜਿੰਨੀ ਦੇਰ ਤੱਕ ਇਸ ਲੋਕ ਤੇ ਰਹਿੰਦੇ ਹਾਂ, ਧਰਤੀ ਤੇ ਰਹਿੰਦੇ ਹਾਂ, ਉਦੋਂ ਤੀਕਰ ਅਸੀਂ ਸੁੱਖ ਨਾਲ ਰਹੀਏ। ਕੋਈ ਗੜਬੜ, ਕੋਈ ਟੇਢਾ ਜਿਹਾ ਸੰਘਰਸ਼, ਕੋਈ ਵਿਪਤਾ ਜ਼ਿਆਦਾ ਸਾਨੂੰ ਨਾ ਪਵੇ, ਅਸੀਂ ਸਹਿਜ 'ਚ ਜੀਈਏ। ਪਰ ਲੋਕ ਸਹੇਲੇ ਦਾ ਮਤਲਬ ਹੈਗਾ ਇਹ ਕਿ ਇਸ ਤੋਂ ਅਸੀਂ ਖੱਟੀ ਕਰਕੇ ਜਾਈਏ ਤਾਂ ਜੋ ਦੂਸਰੇ ਜਨਮਾਂ ਦੇ ਵਿੱਚ ਜਾਂ ਦੂਸਰੀ ਇੱਥੋਂ ਜਾਣ ਵੇਲੇ ਅਸੀਂ ਉਹ ਜਿਹੜੀ ਜ਼ਿੰਦਗੀ ਹੋਵੇ ਉਹ ਚੰਗੀ ਹੋਵੇ, ਜਿਹਨੂੰ ਆਪਾਂ ਆਨੰਦ ਦੀ ਜ਼ਿੰਦਗੀ ਕਹਿੰਦੇ ਹਾਂ ਜੀ। ਇਹਦੇ 'ਚ ਬੁਨਿਆਦੀ ਕੁਝ ਚੀਜ਼ਾਂ ਆਪਾਂ ਡਿਸਕਸ ਕਰਾਂਗੇ। ਹਾਂਜੀ। ਸਭ ਤੋਂ ਪਹਿਲੀ ਗੱਲ ਜਿਹੜੀ ਸਹਿਜ ਧਾਰਾ ਦੇ ਵਿੱਚ ਹੈ, ਜੋ ਆਪਾਂ ਹਰ ਇੱਕ ਸਾਧਕ ਨੂੰ ਕਹਿੰਦੇ ਹਾਂ, ਉਹ ਹੈ ਕਿ ਸਭੇ ਸਾਂਝੀ ਵਾਲ ਦਿਸਾਇਣ ਕੋਈ ਨਾ ਦਿਸੇ ਬਾਹਰ ਜੀਓ। ਇਹਦੇ ਦੋ ਹਿੱਸੇ ਹੈ। ਇਹਦੇ 'ਚ ਹੈਗਾ ਇਹ ਕਿ ਸਾਡਾ ਰਿਸ਼ਤਾ ਜਿਹੜਾ ਹੈਗਾ ਸਰਵ ਸੰਸਾਰੀ ਹੈ। ਅਸੀਂ ਛੋਟੇ ਛੋਟੇ ਹਿੱਸਿਆਂ ਦੇ ਵਿੱਚ, ਖਿੱਤਿਆਂ ਦੇ ਵਿੱਚ, ਫਿਰਕਿਆਂ ਦੇ ਵਿੱਚ ਨਹੀਂ ਵੰਡੇ ਹੋਏ। ਮਨੁੱਖ ਨੂੰ ਚਾਹੀਦਾ ਇਹ ਕੋਈ ਸਮੁੱਚੀ ਮਾਨਵਤਾ ਦਾ ਆਪਣੇ ਆਪ ਨੂੰ ਹਿੱਸਾ ਮੰਨੇ। ਸਾਂਝੀਵਾਲ ਦਸਾਇਣ ਦਾ ਮਤਲਬ ਹੈ ਮਿਲ ਵਰਤਣ ਨਾਲ ਰਹਿਣ ਸਾਰੇ ਲੋਕ। ਅਤੇ ਕੋਈ ਨਾ ਦਿਸੇ ਬਾਹਰ ਹੈ ਜੀ। ਇਸ ਦਾ ਮਤਲਬ ਹੈ ਸਾਨੂੰ ਕੋਈ ਵੀ ਬੇਗਾਨਾ ਨਾ ਲੱਗੇ। ਬਾਹਰ ਮੈਨੇ ਦੂਜਾ, ਦੂਜਾ ਮੈਨੇ ਬੇਗਾਨਾ, ਜਿਹੜਾ ਆਪਣਾ ਨਾ ਹੋਵੇ। ਇਹਦੇ ਲਈ ਜਿਹੜੀ ਗੱਲ ਸਭ ਤੋਂ ਪਹਿਲੀ ਹਰ ਇੱਕ ਸਾਧਕ ਨੂੰ ਸਮਝ ਲੈਣੀ ਚਾਹੀਦੀ ਹੈ, ਜਿਹੜਾ ਇਸ ਸਫ਼ਰ 'ਤੇ ਤੁਰਿਆ, ਉਹਨੂੰ ਚਾਹੀਦਾ ਹੈ ਕਿ ਆਪਾਂ ਸਿੱਖ ਜਿਹੜੇ ਘਰ ਦੇ ਵਿੱਚ ਜਨਮ ਹੁੰਦੇ ਆ ਉਹ ਕਹਿੰਦੇ ਮੈਂ ਸਿੱਖ ਹਾਂ। ਹਿੰਦੂ ਜਿਹੜੇ ਹੁੰਦੇ ਆ ਉਹ ਕਹਿੰਦੇ ਅਸੀਂ ਹਿੰਦੂ ਹਾਂ। ਮੁਸਲਮਾਨ ਕਹਿੰਦੇ ਆ ਜਿਹੜਾ ਸਾਡੇ ਕੋਲ ਜਨਮ ਲਊਗਾ ਉਹ ਮੁਸਲਮਾਨ ਹੈ। ਅਤੇ ਜਿਹੜੇ ਈਸਾਈ ਕਹਿੰਦੇ ਆ ਉਹ ਆਪਣਾ ਕਹਿੰਦੇ ਆ। ਠੀਕ ਹੈ ਨਾ। ਪਰ ਇਹ ਵੀ ਤਾਂ ਗੱਲ ਹੈ ਨਾ, ਉੱਥੇ ਅਮਲਾਂ ਦੇ ਹੋਣਗੇ ਨਿਬੇੜੇ, ਜ਼ਾਤ ਕਿਸੇ ਪੁੱਛਣੀ ਨਹੀਂ। ਇਹ ਗੱਲ ਆਪਾਂ ਭੁੱਲ ਜਾਂਦੇ ਹਾਂ। ਅਤੇ ਇਹਦੇ ਲਈ ਜ਼ਰੂਰੀ ਹੈ ਜਿਹੜੀ ਗੱਲ ਅਸੀਂ ਲੋਕ ਕਹਿੰਦੇ ਹਾਂ ਕਿ ਹਰ ਇੱਕ ਨੂੰ ਚਾਹੀਦਾ ਕਿ ਜਿਸ ਅਕੀਦੇ ਨੂੰ ਮੰਨਦਾ ਉਸ ਨੂੰ ਉਹ ਆਪਣਾ ਇੱਕ ਗਰੁੱਪ ਦਾ ਮੰਨ ਲਵੇ। ਅਤੇ ਆਪਣੀ ਵਾਲੀ ਬੋਲੀ 'ਚ ਆਪਾਂ ਇਹਨਾਂ ਨੂੰ ਧਾਰਮਿਕ ਕਬੀਲੇ ਕਹਿੰਦੇ ਹਾਂ। ਕਿਉਂਕਿ ਕਬੀਲੇ ਜਿਹੜੇ ਹੁੰਦੇ ਆ ਉਹ ਆਪਣੇ ਆਪ ਦੇ ਵਿੱਚ ਵੀ ਯੂਨਿਟ ਹੁੰਦੇ ਆ, ਉਹ ਸਮੁੱਚ ਦਾ ਵੀ ਇੱਕ ਹਿੱਸਾ ਹੁੰਦੇ ਆ। ਤਾਂ ਇਹਨਾਂ ਨੂੰ ਅਸੀਂ ਧਾਰਮਿਕ ਕਬੀਲੇ ਕਹਿੰਦੇ ਹਾਂ। ਅਤੇ ਦੁਨੀਆ 'ਚ ਪਹਿਲੀ ਗੱਲ ਇਹ ਹੈ ਕਿ ਆਪਣੇ ਪਰਾਇਆ ਦਾ ਜਿਹੜਾ ਅਹਿਸਾਸ ਹੈਗਾ ਉਹ ਸਾਨੂੰ ਆਪਣੇ ਧਰਮ 'ਤੇ, ਆਪਣੇ ਫਿਰਕੇ 'ਤੇ, ਆਪਣੀ ਜ਼ਾਤ 'ਤੇ, ਆਪਣੇ ਗੋਤ 'ਤੇ, ਆਪਣੇ ਕੋਕਨਵੇ ਦੇ ਆਧਾਰਿਤ ਨਹੀਂ ਕਰਨਾ ਚਾਹੀਦਾ। ਉਹ ਲੰਬੇ ਚੱਕਰ ਦੇ ਵਿੱਚ ਉਹ ਹੈਗਾ ਪਰਮਾਤਮਾ
ਤੇ ਅਸੀਂ ਲੋਕ ਹੈਗੇ ਆਤਮਾ, ਹਾਂਜੀ ਜਿਹਨੂੰ ਅਸੀਂ ਜੀਵਾਤਮਾ ਕਹਿੰਦੇ ਹਾਂ, ਤੇ ਸਾਡਾ ਤੇ ਉਹਦੇ ਰਿਸ਼ਤਾ ਦਰਮਿਆਨ ਦੇ ਵਿੱਚ ਜਿਹੜੇ ਸਾਰੇ ਲੋਕ ਹੈ ਉਹ ਵੀ ਆਤਮਾਵਾਂ ਨੇ। ਇਸ ਲਈ ਉਹਨਾਂ ਦੇ ਨਾਲ ਅਸੀਂ ਮਿਲ ਵਰਤਣ ਦੇ ਨਾਲ ਰਲ ਕੇ ਚੱਲਣਾ, ਤਾਂ ਕਿ ਅਸੀਂ ਸਹਿਯੋਗ ਨਾਲ ਉੱਪਰ ਉੱਠ ਸਕੀਏ। ਇਹਦੇ 'ਤੇ ਆ ਕੇ ਇਹ ਗੱਲ ਨਹੀਂ ਮੰਨ ਲੈਣੀ ਚਾਹੀਦੀ ਕਿ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਆਪਾਂ ਨੂੰ ਮਨੁੱਖਤਾ ਦਾ ਮੋਹ ਹੋਣਾ ਚਾਹੀਦਾ। ਹਾਂਜੀ ਅਸੀਂ ਲੋਕ ਪਿਆਰ ਨੂੰ ਮੰਨਦੇ ਹਾਂ ਅਤੇ ਪਿਆਰ ਦੀ ਪੂਜਾ ਕਰਦੇ ਹਾਂ, ਪਿਆਰ ਨੂੰ ਇੱਕ ਸਾਧਨ ਮੰਨਦੇ ਹਾਂ ਉਸ ਪਰਮਾਤਮਾ ਤੱਕ ਪਹੁੰਚ ਦਾ। ਅਤੇ ਇੱਕ ਗੱਲ ਜਿਹੜੀ ਅਸੀਂ ਪਿਛਲੇ ਵੀ ਕਹਿੰਦੇ ਆਏ ਹਾਂ, ਜਿਹੜੀ ਚੇਤਾਵਨੀ ਦੇ ਤੌਰ 'ਤੇ ਆਪਾਂ ਹੁਣ ਵੀ ਉਹ ਕਰ ਲੈਂਦੇ ਹਾਂ, ਉਹ ਹੈ 9th ਗੁਰੂ ਤੇਗ ਬਹਾਦਰ ਜੀ ਦਾ ਇੱਕ ਸ਼ਲੋਕ ਹੈ। ਹਾਂਜੀ ਉਹ ਕਹਿੰਦੇ ਕਿ ਜਗ ਰਚਨਾ ਸਭ ਝੂਠ ਹੈ, ਹਾਂਜੀ ਜਾਨ ਲੇਹਰੇ ਮੀਤ, ਕਹੁ ਨਾਨਕ ਥਿਰ ਨਾ ਰਹੇ, ਜਿਉਂ ਬਾਲੂ ਕੀ ਪੀਤ। ਜੀ ਇਹ ਗੱਲ ਦਿਮਾਗ 'ਚ ਰੱਖ ਕੇ ਆਪਾਂ ਇਸ ਗੱਲ ਨੂੰ ਡਿਸਕਸ ਕਰਾਂਗੇ। ਇਹਦਾ ਅਰਥ ਹੈਗਾ ਇਹ ਕਿ ਜਿਹੜੀ ਸੰਸਾਰ ਦੀ ਸਾਰੀ ਰਚਨਾ ਇਹ ਝੂਠ ਹੈ। ਝੂਠ ਤੋਂ ਮਤਲਬ ਝੂਠ ਲਫ਼ਜ਼ ਨਹੀਂ, ਚਲਾਏਮਾਨ ਹੈ, ਜੀ ਸਦਾ ਰਹਿਣ ਵਾਲੀ ਨਹੀਂ ਹੈ। ਇਹ ਜਾਨ ਲੇਹਰੇ ਮੀਤ, ਮੀਤ ਮੈਨੇ ਦਾ ਹੁੰਦਾ ਵੈਸੇ ਮਿੱਤਰ। ਉਹ ਕਹਿੰਦੇ ਆ ਕਿ ਸਾਧਕੋ ਇਹ ਗੱਲ ਚੰਗੀ ਤਰ੍ਹਾਂ ਜਾਣ ਲਓ ਵੀ ਇਹ ਜਿਹੜਾ ਸੰਸਾਰ ਦੀ ਰਚਨਾ ਹੈਗੀ ਇਹ ਚਲਾਏਮਾਨ ਹੈ, ਇਹਦੇ 'ਚ ਪਰਮਾਨੈਂਟ ਕੁਛ ਨਹੀਂ ਹੈ। ਕਹ ਨਾਨਕ ਥਿਰ ਨਾ ਰਹੇ। ਉਹ ਕਹਿੰਦੇ ਆ ਕਿ ਮੈਂ ਤੁਹਾਨੂੰ ਇਹ ਦੱਸਦਾ ਕਿ ਇਸ ਨੇ ਥਿਰ ਨਹੀਂ ਰਹਿਣਾ, ਪੱਕੀ ਨਹੀਂ ਰਹਿਣਾ, ਇਸ ਨੇ ਬਦਲਦੀ ਰਹਿਣਾ। ਜਿਉਂ ਬਾਲੂ ਕੀ ਪੀਤ, ਬਾਲੂ ਮੈਨੇ ਰੇਤਾ, ਜਿਵੇਂ ਰੇਤੇ ਦੀ ਕੰਧ ਉਸਾਰੀ ਹੋਵੇ ਉਹਨੇ ਡਿੱਗ ਜਾਣਾ ਹੁੰਦਾ। ਇਹ ਗੱਲ ਸਮਝ ਕੇ ਆਪਾਂ ਇਸ ਨੂੰ ਮੰਨ ਲੈਣਾ ਚਾਹੀਦਾ। ਅਤੇ ਇਹਦੇ 'ਚ ਆਪਣੀ ਜਿਹੜੀ ਸਹਿਜ ਧਾਰਾ ਹੈਗੀ, ਸਹਿਜ ਧਾਰਾ ਨੇ ਇਸ ਬਾਰੇ ਦੇ ਵਿੱਚ ਬਹੁਤ ਜ਼ਿਆਦਾ ਕੁਛ ਆਪਣੇ ਆਪ ਦੇ ਵਿੱਚ ਕਿਹਾ, ਅਤੇ ਅਸੀਂ ਇਹਦੇ ਬਾਰੇ ਕਹਿੰਦੇ ਰਹਿੰਦੇ ਹਾਂ। ਅਤੇ ਇੱਕ ਗੱਲ ਜਿਹੜੀ ਹੈਗੀ ਉਹ ਆਪਾਂ ਇੱਕ ਉਰਦੂ ਦਾ ਸ਼ੇਅਰ ਹੈ, ਹਾਂਜੀ ਉਹਦਾ ਇੱਕ ਲਫ਼ਜ਼ ਆਪਾਂ ਜਾਣ ਕੇ ਬਦਲ ਲੈਂਦੇ ਹਾਂ ਅਤੇ ਆਪਾਂ ਸਹਿਜ ਧਾਰਾ ਲਫ਼ਜ਼ ਵਰਤ ਲੈਂਦੇ ਹਾਂ, ਕਿਉਂਕਿ ਦੂਸਰੇ ਦੇ ਜੇ ਬਹੁਤ ਬਹੁਮੁੱਲੇ ਵਿਚਾਰ ਨੇ ਤਾਂ ਸਾਨੂੰ ਅਪਣਾਉਣ 'ਚ ਕੋਈ ਹਰਜ਼ ਨਹੀਂ, ਅਸੀਂ ਉਹਨਾਂ ਨੂੰ ਮੰਨਦੇ ਹਾਂ। ਠੀਕ। ਇਹ ਗੱਲ ਧਿਆਨ 'ਚ ਲੈਣੀ ਚਾਹੀਦੀ ਹੈ। ਉਹ ਹੈ ਕਿ ਵਰਨਾ सफ़र हयात का काफ़ी तवील था। हयात मैंने ज़िंदगी जी तवील मैंने लंबा, भी नहीं तो जिंदगी का जोड़ा सफ़र सीगा वो बहुत लंबा सी। लंबा तो मतलब है कि औखा सी जी कटना। मैं सहज धारा की राह से होकर गुजर गया। ठीक है बई जिहड़ी सहज धारा सीगी उस दी विचारधारा ते चल के मैं छोटी जी गली दे विच दी लंघ के उहनूं पूरा कर लिया। ਇਹ ਗੱਲ ਆਪਾਂ ਧਿਆਨ ਰੱਖਣੀ ਚਾਹੀਦੀ ਹੈ। ਅਤੇ ਇੱਕ ਗੱਲ ਇਸ ਦੇ ਉੱਤੇ ਉਹ ਪੱਕੀ ਕਰਕੇ ਰੱਖਣੀ ਚਾਹੀਦੀ ਹੈ, ਜਿਹਦੇ ਆਸਰੇ ਜਿਹਦੇ ਹੌਸਲੇ ਨਾਲ ਉਹ ਹੈ ਕਿ ਬਾਬਾ ਕਹਿੰਦਾ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਜੀ ਇਹ ਨਾਮ ਖੁਮਾਰੀ ਜਿਹੜੀ ਹੈਗੀ ਇਸ ਦੇ ਆਸਰੇ ਹੀ ਆਪਾਂ ਮੰਜ਼ਿਲਾਂ ਸਫ਼ਰ ਕਰਾਂਗੇ। ਇੱਕ ਪ੍ਰਸ਼ਨ ਆਇਆ ਜੀ, ਉਹ ਗੁਰਮੰਤਰ ਦਿਓ ਜੀ ਜਿਸ ਰਾਹੀਂ ਆਮ ਬੰਦਾ ਨਿਸ਼ਚਿਤ ਹੋ ਕੇ ਸੂਫੀ ਸਾਧਕ ਬੁੱਲੇ ਸ਼ਾਹ ਜੀ ਵਾਂਗੂ ਕਾਮਯਾਬ ਹੋ ਸਕੇ, ਅਤੇ ਸਾਇਂ ਬੁੱਲੇ ਸ਼ਾਹ ਦਾ ਫਾਰਮੂਲਾ ਬੁੱਲਿਆ ਮਨ ਦਾ ਕੀ ਸਮਝਾਉਣਾ, ਇੱਧਰੋਂ ਪੁੱਟਣਾ ਅਤੇ ਉੱਧਰ ਲਾਉਣਾ, ਇਹ ਸਾਡੇ ਲਈ ਵੀ ਸੰਭਵ ਹੋ ਸਕੇ। ਇਹ ਤੁਹਾਡਾ ਬੜਾ ਚਲਾਕ ਸਵਾਲ ਹੈ। ਤੁਸੀਂ ਮੇਰੇ ਤੋਂ ਸਾਰੀ ਸਹਿਜ ਧਾਰਾ 2-4 ਮਿੰਟ ਦੇ ਵਿੱਚ ਸਿੱਖਣਾ ਚਾਹੁੰਦੇ ਹੋ। ਇਹ ਅਸਲ ਦੇ ਵਿੱਚ ਇਹਨੂੰ ਕਹਿੰਦੇ ਨੇ ਗੁਰਮੰਤਰ। ਠੀਕ ਹੈ। ਇੱਕ ਹੁੰਦਾ ਗੁਰਗਿਆਨ। ਹਾਂਜੀ ਗੁਰਗਿਆਨ ਹੁੰਦਾ ਜਿਹੜਾ ਆਪਣੀ ਪੂਰੀ ਦੀ ਪੂਰੀ ਫਿਲਾਸਫੀ ਜਿਹੜੀ ਕਿਸੇ ਇੱਕ ਸਿਸਟਮ ਦੀ ਕਿਸੇ ਇੱਕ ਵਿਚਾਰਧਾਰਾ ਦੀ ਦਿੱਤੀ ਜਾਂਦੀ ਹੈ। ਗੁਰਮੰਤਰ ਹੁੰਦਾ ਉਹਦਾ ਬਿਲਕੁਲ ਨਿਚੋੜ, ਅੰਗਰੇਜ਼ੀ ਜਿਹਨੂੰ ਇਹਨੇ ਨਟਸ਼ੈਲ ਅਸੀਂ ਕਹਿ ਰਹੇ ਹੁੰਦੇ ਹਾਂ। ਠੀਕ ਹੈ। ਇਹ ਹੈਗੇ ਇਹ ਐਸੀ ਗੱਲ ਨਹੀਂ ਹੈਗੀ। ਇਹਦੇ ਵਿੱਚ ਇੱਕ ਗੱਲ ਪੁਰਾਤਨ ਪਰਮਾਣਿਕ ਸੰਸਕ੍ਰਿਤ ਸਾਹਿਤ ਦੇ ਵਿੱਚ ਉਪਾਏ ਹੁੰਦੇ ਆ ਕਿ ਉਸ ਨੂੰ ਪਾਉਣ ਦੇ ਕੀ ਉਪਾਏ ਨੇ। ਜੀ ਉਹਨਾਂ ਉਪਾਇਆਂ ਦੇ ਵਿੱਚ ਇੱਕ
ਉਪਾਅ ਉਸ ਤਰ੍ਹਾਂ ਦਾ ਹੀ ਹੈ ਜਿਸ ਤਰ੍ਹਾਂ ਤੁਸੀਂ ਮੈਨੂੰ ਸਵਾਲ ਕੀਤਾ। ਹਾਂਜੀ ਉਹ ਉਪਾਅ ਦਾ ਮਤਲਬ ਹੈ ਕਿ ਜਿਵੇਂ ਤੁਸੀਂ ਕਿਹਾ ਨਾ ਵੀ ਗੁਰਮੰਤਰ ਹੀ ਦੱਸੋ ਸਿੱਧਾ, ਹਾਂਜੀ ਅਤੇ ਗੱਲ ਖਤਮ ਨੇੜੇ ਜਿਹੀ ਹੋ ਜਾਵੇ। ਅਤੇ ਮੈਂ ਵੀ ਤੁਹਾਨੂੰ ਕਹਿਤਾ ਵੀ ਤੁਸੀਂ ਸਹਿਜ ਧਾਰਾ ਦੇ ਵਿੱਚ ਦੀ ਲੰਘ ਜਾਓ ਫਿਰ ਛੇਤੀ ਦੇ ਕੇ, ਐਸੀ ਗੱਲ ਵੀ ਨਹੀਂ ਹੈਗੀ। ਇਹ ਗੱਲ ਆਪਣੇ ਇਹ ਕਰਦੇ ਹਾਂ। ਹਾਂਜੀ ਹੁਣ ਗੁਰੂ ਨਾਨਕ ਪਾਤਸ਼ਾਹ ਕੀ ਕਹਿੰਦੇ ਆ ਬੰਦੇ ਨੂੰ, ਸਧਾਰਨ ਬੰਦੇ ਨੂੰ? ਹਾਂਜੀ ਉਹ ਕਹਿੰਦੇ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੀ। ਜੀ ਗਾਡੀ ਰਾਹ ਇਹ ਹੈ ਕਿ ਤੁਸੀਂ ਆਪਣੀ ਕਮਾਈ ਹਲਾਲ ਦੀ ਕਰੋ ਅਤੇ ਉਸ ਦੇ ਵਿੱਚੋਂ ਸਰਦਾ ਜੀ ਦੂਸਰਿਆਂ ਨੂੰ ਦੇ ਦਿਓ, ਦੁਖੀਆਂ ਗਰੀਬਾਂ ਨੂੰ ਜਾਂ ਜਿਨ੍ਹਾਂ ਨੂੰ ਲੋੜ ਹੈ। ਜੀ ਇਹ ਉਹਨਾਂ ਦਾ ਗੁਰਮੰਤਰ ਹੈ। ਹਾਂਜੀ ਅਤੇ ਇੱਕ ਹੈਗੇ ਮਹਾਤਮਾ ਬੁੱਧ, ਹਾਂਜੀ ਜਿਨ੍ਹਾਂ ਨੂੰ ਆਪਾਂ ਬਹੁਤ ਮੰਨਦੇ ਹਾਂ। ਉਹ ਇੱਕੋ ਲਫ਼ਜ਼ 'ਚ ਹੀ ਸਾਰ ਦਿੰਦੇ ਕੰਮ, ਸਦਾਚਾਰ ਸਦਾਚਾਰ। ਹਾਂਜੀ ਅਤੇ ਜੇ ਪੁੱਛ ਲਓ ਸਦਾਚਾਰ ਕੀ ਹੈ ਤਾਂ ਕਹਿਣਗੇ ਕਾਕਾ ਅਸ਼ਟ ਮਾਰਗ ਦੇ ਵਿੱਚ ਆ ਜਾਓ। ਠੀਕ ਹੈ। ਹਾਂਜੀ ਅਤੇ ਜਿਹੜੇ ਹੈਗੇ ਸਹਿਜ ਧਾਰਾ ਵਾਲੇ, ਹਾਂਜੀ ਜਿਨ੍ਹਾਂ ਨੂੰ ਤੁਸੀਂ ਸਵਾਲ ਕੀਤਾ ਹੈ ਸਿਸਟਮ ਨੂੰ, ਉਹ ਹੈਗਾ ਅਸੀਂ ਕਹਿੰਦੇ ਹਾਂ ਸੁਚੱਜਾ ਵਰਤੋਂ ਵਿਵਹਾਰ। ਜੀ ਵਿਹਾਰ ਨਹੀਂ, ਵਿਵਹਾਰ। ਅਤੇ ਇਹ ਤਿੰਨ ਚਾਰ ਚੀਜ਼ਾਂ ਨੇ, ਅਤੇ ਜੇ ਇਹਨੂੰ ਆਪਾਂ ਸਮਝਣਾ ਹੀ ਹੋਵੇ ਤਾਂ ਆਪਾਂ ਨੂੰ ਇਹ ਕਰ ਲੈਣਾ ਚਾਹੀਦਾ ਸੁਚੱਜਾ ਵਰਤੋਂ ਵਿਹਾਰ। ਇਹਦਾ ਮਤਲਬ ਹੈਗਾ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸੁਚੱਜਾ, ਚੰਗੇ ਤਰੀਕੇ ਦਾ, ਸ਼ੋਭਾ ਦੇਣ ਵਾਲਾ, ਜੀ ਚੰਗੇ ਆਚਾਰ ਵਾਲਾ ਵਰਤੋਂ। ਵਰਤੋਂ ਤੋਂ ਮਤਲਬ ਹੈ ਜੋ ਕੁਝ ਤੁਹਾਨੂੰ ਅਵੇਲੇਬਲ ਹੈ। ਹਾਂਜੀ ਅਵੇਲੇਬਲ ਦੇ ਵਿੱਚ ਹੁੰਦੀ ਹੈ ਸਾਨੂੰ ਜ਼ਿੰਦਗੀ, ਹੁੰਦੀ ਸਾਨੂੰ ਪਰਿਵਾਰ ਹੁੰਦਾ, ਸਾਡੇ ਕੋਲ ਜ਼ਮੀਨ ਜਾਇਦਾਦ ਹੁੰਦੀ ਹੈ, ਸੋਰਸਿਸ ਹੁੰਦੇ ਹੈ, ਪੜ੍ਹਨ ਨੂੰ ਥਾਵਾਂ ਹੁੰਦੀਆਂ ਨੇ। ਉਹ ਅਸੀਂ ਉਹਨਾਂ ਚੀਜ਼ਾਂ ਨੂੰ ਜਾਣਨਾ ਅਤੇ ਉਹਨਾਂ ਦੀ ਕਿਸ ਤਰੀਕੇ ਨਾਲ ਵਰਤੋਂ ਕਰਨੀ ਹੈ, ਜੀ ਸਹਿਜ ਨਾਲ। ਇੱਕ ਤਾਂ ਇਹ ਹੁੰਦਾ। ਦੂਜਾ ਆਉਂਦਾ ਇਹ ਵਿਵਹਾਰ। ਹਾਂਜੀ ਵਿਵਹਾਰ ਦਾ ਮਤਲਬ ਹੈ ਕਿ ਜਦੋਂ ਅਸੀਂ ਇਸ ਤਰ੍ਹਾਂ ਚੇਤੰਨ ਹੋ ਕੇ ਜਿਹੜੀਆਂ ਸਾਡੇ ਕੋਲ ਅਵੇਲੇਬਲ ਚੀਜ਼ਾਂ ਨੇ ਉਹਨਾਂ ਦੀ ਵਰਤੋਂ ਕਰਦੇ ਹਾਂ, ਆਪਣੇ ਗੁਣਾਂ ਨੂੰ ਵਰਤਦੇ ਹਾਂ, ਤਾਂ ਵਰਤਣ ਲਈ ਸਾਡੇ ਕੋਲ ਹੁੰਦੀ ਹੈਗੀ ਸੁਸਾਇਟੀ, ਜੀ ਜਿਨ੍ਹਾਂ ਦੇ ਨਾਲ ਅਸੀਂ ਇਨ ਕੰਟੈਕਟ ਹਾਂ। ਉਹ ਸਾਡਾ ਘਰ ਵੀ ਹੋ ਸਕਦਾ, ਸਾਡਾ ਪਿੰਡ ਵੀ ਹੋ ਸਕਦਾ, ਸਾਡਾ ਸਮਾਜ ਵੀ ਹੋ ਸਕਦਾ, ਸਾਡਾ ਧਾਰਮਿਕ ਵਿਚਾਰਧਾਰਾ ਵਾਲੇ ਵੀ ਹੋ ਸਕਦੇ ਹੈ, ਹਾਂਜੀ ਸਾਡਾ ਦੇਸ਼ ਵੀ ਹੋ ਸਕਦਾ। ਅਤੇ ਵਿਵਹਾਰ ਜਿਹੜਾ ਹੈਗਾ ਉਹ ਵੀ ਸੁਚੱਜਾ ਚਾਹੀਦਾ। ਇਹ ਆਪਾਂ ਇਹਦੇ ਵਿੱਚ ਇਸ ਨੂੰ ਇਸ ਤਰ੍ਹਾਂ ਦੇ ਨਾਲ ਸੋਚਦੇ ਵਿਚਾਰਦੇ ਹਾਂ। ਇਹਦੇ ਲਈ ਵੀ ਖਬਰਦਾਰ ਰਹਿਣ ਲਈ, ਜਿਹੜਾ ਆਪਾਂ ਕਹਿੰਦੇ ਨਾ ਖਬਰਦਾਰ ਹੁਸ਼ਿਆਰ, ਹਾਂਜੀ ਉਹਦੇ ਲਈ ਆਪਾਂ ਆਸਰਾ ਲੈ ਲਿਆ। ਕਿਹਨਾਂ ਦਾ ਲੈ ਲਿਆ? ਕਬੀਰ ਜੀ ਮਹਾਰਾਜ ਦਾ। ਜੀ ਉਹ ਕਹਿੰਦੇ ਕਿ ਪਹਿਲਾਂ ਮਰਨ ਕਬੂਲ, ਹਾਂਜੀ ਜੀਵਨ ਕੀ ਛਡਾਸ, ਹੋਏ ਸਭਨਾ ਕੀ ਰੇਣੁਕਾ, ਤਾਂ ਆਓ ਹਮਾਰੇ ਪਾਸ। ਇਹਦਾ ਮਤਲਬ ਹੈਗਾ ਇਹ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਹਾਂਜੀ ਇਹਦਾ ਇਹ ਮਤਲਬ ਨਹੀਂ ਵੀ ਤੁਸੀਂ ਆਪਣੀ ਗਰਦਨ ਲਹਾ ਦਿਓ ਅਤੇ ਜਾਂ ਸਲਫਾਸ ਦੀਆਂ ਗੋਲੀਆਂ ਖਾ ਕੇ ਮਰ ਜਾਓ। ਹਾਂਜੀ ਮਰਨ ਮੀਨਜ਼ ਕਿ ਸੰਸਾਰਿਕਤਾ ਦੇ ਵਿੱਚ ਜੋ ਲੋਭਾਇਮਾਨ ਸਾਨੂੰ ਦਿਸਦਾ ਉਸ ਨੂੰ ਛੱਡ ਦਿਓ, ਉਹਨਾਂ ਪ੍ਰਤੀ ਮਰ ਜਾਓ। ਤੁਸੀਂ ਜਿਉਂਦੇ ਹੋ, ਜੀ ਤੁਸੀਂ ਉਹਨਾਂ ਦੇ ਵੱਲ ਜਿਹੜੀ ਹੈਗੀ ਉਹ ਤੋਂ ਵਿਰਕਤ ਹੋ ਜਾਓ। ਅਤੇ ਇਸ ਗੱਲ ਨੂੰ ਪਹਿਲਾਂ ਮਰਨ ਕਬੂਲ, ਇਹ ਪਹਿਲਾਂ ਮੰਨਣਾ। ਠੀਕ ਜਿਹੜੇ ਸਾਧਕ ਨੂੰ ਜ਼ਰੂਰੀ ਹੈ ਕਿ ਉਹ ਸੰਸਾਰ ਦੀ ਕਿਸੇ ਵੀ ਚੀਜ਼ ਨੂੰ ਜਿਹੜੀ ਲੋਭਾਇਮਾਨ ਹੈ ਉਸ ਨੂੰ ਨਾ ਕਰ ਸਕੇ ਅਤੇ ਆਪਣੇ ਆਪ ਨੂੰ ਆਪਣੇ ਸੈਲਫ ਡਿਸਿਪਲਿਨ ਦੇ ਵਿੱਚ ਰੱਖ ਕੇ ਤੁਰ ਸਕੇ। ਹੋਏ ਸਭਨਾ ਕੀ ਰੇਣੁਕਾ, ਸੰਸਾਰ ਦੇ ਵਿੱਚ ਹੰਕਾਰ ਨਾਲ ਨਹੀਂ ਫਿਰਨਾ। ਇਹਦਾ ਇਹ ਮਤਲਬ ਨਹੀਂ ਕਿ ਲੋਕਾਂ ਦੇ ਚਰਨਾਂ ਦੀ ਧੂੜ ਬਣਨਾ। ਚਰਨਾਂ ਦੀ ਧੂੜ ਬਣਨਾ ਮਤਲਬ ਹੈ ਕਿ ਤੁਸੀਂ ਸੰਪੂਰਨ ਨਿਸਨਿਮਰ ਹੋ ਕੇ ਜ਼ਿੰਦਗੀ ਜਿਉਣੀ ਹੈ। ਜੀ ਤਾਂ ਆਓ ਹਮਾਰੇ ਪਾਸ। ਤਾਂ ਕਬੀਰ ਜੀ ਕਹਿੰਦੇ ਹੈ ਕਿ ਉਸ ਤੋਂ ਬਾਅਦ ਤੇਰਾ ਅਧਿਆਤਮਕਤਾ ਦਾ ਸਫ਼ਰ ਸ਼ੁਰੂ ਹੁੰਦਾ। ਜੇ ਅਧਿਆਤਮਕਤਾ ਦਾ ਸਫ਼ਰ ਦਾ ਮਤਲਬ ਕੀ ਹੈ? ਆਪਾਂ ਪਹਿਲਾਂ ਕੀ ਪੜ੍ਹਿਆ ਸੀਗਾ? ਪਹਿਲਾਂ ਕੀ ਸ਼ੁਰੂ ਕੀਤਾ ਸੀ?
ਲੋਕ ਸੁਖੀ ਪਰਲੋਕ ਸੇ। ਪਰਲੋਕ ਸਹੇਲੇ ਜਿਹੜੀ ਗੱਲ ਹੈ ਨਾ, ਹਾਂਜੀ ਜੇ ਤੁਸੀਂ ਪਰਲੋਕ ਸਹੇਲਾ ਕਰਨਾ ਚਾਹੁੰਦੇ ਹੋ ਤਾਂ ਕਬੀਰ ਜੀ ਕਹਿੰਦੇ ਆ ਕਿ ਇਹ ਮੰਨ ਕੇ ਤੂੰ ਫਿਰ ਸਾਡੇ ਕੋਲ ਆ ਕੇ ਤੁਰ। ਇੱਕ ਹੋਰ ਵਾਰਨਿੰਗ ਜਿਹੜੀ ਆਪਾਂ ਇਸ ਤੇ ਦਿੰਦੇ ਹਾਂ, ਹਾਂਜੀ ਉਹ ਵੀ ਗੁਰੂ ਮਹਾਰਾਜ ਦੀ ਹੈ। ਉਹ ਕਹਿੰਦੇ ਤੂੰ ਬੇਅੰਤ ਕੋ ਵਿਰਲਾ ਜਾਣੇ, ਜੀ ਗੁਰ ਪ੍ਰਸਾਦ ਕੋ ਸ਼ਬਦ ਪਛਾਣੇ। ਬਈ ਇਹ ਹਰ ਇੱਕ ਬੰਦੇ ਦਾ ਕੰਮ ਨਹੀਂ ਹੈ ਕਿ ਉਹ ਅਧਿਆਤਮ ਦੀ ਖੇਤਰ ਦੇ ਵਿੱਚ ਆ ਜਾਵੇ। ਠੀਕ। ਇਹ ਨਹੀਂ ਕਿ ਇਹ ਮਤਲਬ ਹੈਗਾ ਸਮੁੱਚੇ ਸਮਾਜ ਦਾ ਜਾਂ ਇਕੱਠ ਦਾ, ਉਹਦੇ ਵਿੱਚ ਨਹੀਂ ਹੈਗਾ। ਹਾਂਜੀ ਕਿਉਂਕਿ ਇਹ ਜਿਹੜੀਆਂ ਉੱਪਰ ਆਪਾਂ ਸਾਵਧਾਨੀਆਂ ਦਿੱਤੀਆਂ ਨੇ, ਜਿਹੜੇ ਗੁਰਮੰਤਰ ਆਪਾਂ ਵੱਡਿਆਂ ਦੇ ਲਏ ਆ ਪੈਗੰਬਰ ਸਾਹਿਬਾਨ ਦੇ, ਉਹਦੇ ਵਿੱਚ ਇਹ ਹੈ ਕਿ ਇਹਦੇ ਵਿੱਚ ਪਰਮਾਤਮਾ ਦੇ ਬਾਰੇ 'ਚ ਗੱਲ ਜ਼ਿਕਰ ਆਉਂਦਾ ਹੈ। ਤੂੰ ਬੇਅੰਤ, ਅਸੀਂ ਮੰਨਦੇ ਹਾਂ ਕਿ ਉਹਦਾ ਅਸਰ ਕੋਈ ਸਿਰਾ ਨਹੀਂ ਪਾਇਆ ਜਾ ਸਕਦਾ। ਹਾਂਜੀ ਕੋ ਵਿਰਲਾ ਜਾਣੇ, ਇਹ ਹਰ ਇੱਕ ਦੀ ਖੇਡ ਨਹੀਂ, ਕੋਈ ਵਿਰਲੇ ਜਿਹੜੇ ਹੈਗੇ ਨੇ ਉਹੀ ਇਸ ਨੂੰ ਪਾ ਸਕਦੇ ਆ। ਜੀ ਦੂਜਾ ਹੈਗਾ ਇਹਦਾ ਕਾਰਨ ਕੀ ਹੋਊਗਾ ਕਿ ਗੁਰ ਪ੍ਰਸਾਦ, ਜੇਕਰ ਗੁਰੂ ਦੀ ਕਿਰਪਾ ਹੋ ਜਾਵੇ ਤਾਂ ਕੋ ਸ਼ਬਦ ਪਛਾਣੇ, ਉਹ ਗਿਆਨ ਪ੍ਰਾਪਤ ਕਰ ਸਕਦਾ, ਸ਼ਬਦ ਨੂੰ ਪਛਾਣ ਕਰ ਸਕਦਾ। ਠੀਕ ਹੈ। ਠੀਕ ਹੈ ਨਾ, ਕਿਉਂਕਿ ਇਹ ਗੱਲ ਆਪਣੇ ਲਈ ਜ਼ਰੂਰੀ ਹੈਗੀ, ਇਸ ਤੋਂ ਬਗੈਰ ਆਪਣਾ ਕੋਈ ਚਾਰਾ ਨਹੀਂ ਹੈ। ਇੱਕ ਪ੍ਰਸ਼ਨ ਆਇਆ ਜੀ, ਇਹ ਅਸੀਂ ਸਾਰੇ ਜੀਵਨ ਯਾਤਰਾ ਦੇ ਪਾਂਧੀ ਹਾਂ, ਲੰਬੀ ਉਮਰ ਭੋਗਣੀ ਹੈ, ਇੱਕ ਸੁੱਖ ਸ਼ਾਂਤੀ ਨਾਲ ਜੀ ਸਕੀਏ, ਇਸ ਲਈ ਸਾਨੂੰ ਆਪਣੇ ਵਰਤਮਾਨ ਵਿੱਚ ਹਰ ਰੋਜ਼ ਕੀਤੀ ਜਾਣ ਵਾਲੀ ਕਾਰਜਸ਼ੈਲੀ ਜਿਹੜੀ ਉਹ ਸਮਝਾਓ ਜੀ। ਇਹਦੇ 'ਤੇ ਆਪਾਂ ਬਿਲਕੁਲ ਸਧਾਰਨ ਲੈਵਲ 'ਤੇ ਆ ਜਾਂਦੇ ਹਾਂ ਵੀ ਜਿੱਥੇ ਆਪਣੀ ਜ਼ਿੰਦਗੀ ਆਪਾਂ ਵਰਤੀਤ ਕਰਦੇ ਹਾਂ। ਇਹਨੂੰ ਆਪਾਂ ਇੰਡੀਆ 'ਚ ਤਾਂ ਰੂਟੀਨ ਕਹਿੰਦੇ ਸੀ, ਹਾਂਜੀ ਇੱਥੇ ਆ ਕੇ ਕੀ ਕਹਿੰਦੇ ਆ, ਫਿਰ ਇਹ ਰਿਜ਼ਿਊਮ ਨੂੰ ਕੀ ਕਹਿੰਦੇ ਇੱਥੇ, ਰਿਜ਼ਮੇ, ਹਾਂਜੀ ਹੈ ਨਾ, ਹਾਂਜੀ ਜਿੱਥੇ ਆਪਾਂ ਬੈਠੇ ਹਾਂ ਉਹ ਇਹ ਕਰਦੇ ਆ। ਆਪਾਂ ਕਹਿੰਦੇ ਹਾਂ ਕਿ ਸੈਲਫ ਡਿਸਿਪਲਿਨ ਇੰਨਾ ਪੈਦਾ ਕਰ ਲਓ ਕਿ ਤੁਸੀਂ ਉਸ ਨੂੰ ਸਮਝ ਕੇ ਉਹਨੂੰ ਕਰਨਾ ਸਿੱਖ ਲਓ। ਇਹ ਜ਼ਰੂਰੀ ਹੈ। ਜਦੋਂ ਇਹ ਜ਼ਰੂਰੀ ਹੈ, ਜਦੋਂ ਅਸੀਂ ਪਹਿਲੇ ਤੋਂ ਸ਼ੁਰੂ ਕਰਦੇ ਹਾਂ ਤਾਂ ਸਾਨੂੰ ਜ਼ਰੂਰੀ ਹੈ। ਹੁਣ ਸਾਡਾ ਮਾਮਲਾ ਆ ਗਿਆ ਇਹ ਕਿ ਅਸੀਂ ਜਿਨ੍ਹਾਂ ਦੇ ਵਿੱਚ ਰਹਿਣਾ, ਆਪਣੇ ਬਾਲ ਬੱਚਿਆਂ ਦੇ ਵਿੱਚ, ਆਪਣੇ ਪਰਿਵਾਰ ਦੇ ਵਿੱਚ, ਆਪਣੇ ਸੰਬੰਧੀਆਂ ਦੇ ਵਿੱਚ, ਆਪਣੇ ਮਿੱਤਰਾਂ ਦੇ ਵਿੱਚ ਜਿਹੜਾ ਰਹਿਣਾ ਹੈ, ਉਹ ਉਹਨਾਂ ਦੇ ਰਹਿਣ ਸਹਿਣ ਦੇ ਤਰੀਕੇ 'ਚ ਜਿਹਦੇ 'ਚ ਆਪਾਂ ਫਿੱਟ ਹੋਣਾ, ਹਾਂਜੀ ਅਤੇ ਉਹਨਾਂ ਨਾਲ ਮਿਲਵਰਤਨ ਕਰਨਾ, ਜਾਣ ਆਉਣ ਕਰਨਾ, ਹਾਂਜੀ ਉਹਨਾਂ ਨੂੰ ਸਮਝ ਲੈਣਾ ਜ਼ਰੂਰੀ ਹੈ। ਇਹ ਨਹੀਂ ਕਿ ਜਿਹੜੀਆਂ ਊਣਤਾਈਆਂ ਤੁਹਾਡੇ ਕੋਲ ਨੇ ਅਤੇ ਤੁਸੀਂ ਵਿਅਕਤੀਗਤ ਤੌਰ 'ਤੇ ਉਹਨਾਂ ਨੂੰ ਰਿਮੂਵ ਕਰ ਸਕਦੇ ਹੋ, ਹਾਂਜੀ ਉਹ ਜ਼ਿਕਰ ਨਹੀਂ ਹੈਗਾ। ਉਹ ਜ਼ਿਕਰ ਇਹ ਹੈ ਕਿ ਜਿਹੜਾ ਕੁਝ ਉਹ ਕਰਦੇ ਹੈ, ਜਦੋਂ ਤੁਸੀਂ ਨਾਲ ਉਹਨਾਂ ਦੇ ਨਾਲ ਜਾ ਕੇ ਵਿਵਹਾਰ ਕਰਨਾ ਹੈ, ਹਾਂਜੀ ਜਿਹੜੀ ਆਪਣਾ ਨੁਕਤਾ ਹੈਗਾ ਵਰਤੋਂ ਵਿਵਹਾਰ ਵਾਲਾ, ਤਾਂ ਉਹਨਾਂ ਨੂੰ ਸਮਝਣਾ ਜ਼ਰੂਰੀ ਹੈ। ਤੁਸੀਂ ਇਹ ਦੇਖਣਾ ਕਿ ਤੁਸੀਂ ਕਿਸ ਹੱਦ ਤੱਕ ਉਹਨਾਂ ਦੇ ਨਾਲ ਸਹਿਮਤ ਹੋ ਸਕਦੇ ਹੋ ਅਤੇ ਉਹਨਾਂ ਨਾਲ ਤੁਰ ਸਕਦੇ ਹੋ। ਜੀ ਇਹ ਗੱਲ ਮੈਂ ਇਸ ਲਈ ਕਹਿਣਾ ਕਿ ਸਮਾਜ ਦੇ ਵਿੱਚ, ਹਰ ਸਮਾਜ ਦੇ ਵਿੱਚ, ਉਹਦੇ ਵਿੱਚ ਜਿਹੜੇ ਰਸਮਾਂ ਰਿਵਾਜ ਹੁੰਦੇ ਆ ਅਤੇ ਉਹਨਾਂ ਦੇ ਵਿੱਚ ਊਣਤਾਈਆਂ ਆਉਂਦੀਆਂ ਨੇ। ਊਣਤਾਈਆਂ ਦਾ ਕਾਰਨ ਇਹ ਹੁੰਦਾ ਕਿ ਹਰ ਇੱਕ ਬੰਦਾ ਇਹ ਚਾਹੁੰਦਾ ਕਿ ਮੈਂ ਵੱਡਾ ਹੋ ਕੇ ਦਿਖਾਵਾਂ, ਮੇਰਾ ਨੱਕ ਬਹੁਤ ਵੱਡਾ ਸਾਰਾ ਹੋ ਜਾਵੇ ਅਤੇ ਮੇਰਾ ਨੱਕ ਕੱਟਿਆ ਨਾ ਜਾਵੇ। ਹਾਂਜੀ ਜਿਹੜੀ ਗੱਲ ਆਪਣੇ ਚੱਲਦੀ ਹੈ, ਅਤੇ ਜਾਂ ਆਪਣੇ ਪੇਂਡੂ ਲੋਕੀ 'ਚ ਹੁੰਦਾ ਉਹ ਮੈਂ ਫਿਰ ਲੋਕਾਂ ਨੂੰ ਮੂੰਹ ਵੀ ਦਿਖਾਉਣਾ ਹੀ ਆ। ਠੀਕ ਹੈ ਨਹੀਂ, ਤਾਂ ਇਸ ਦੇ ਵਿੱਚ ਅਸੀਂ ਵੱਡਿਆਂ ਦੀ ਰੀਸ ਕਰਨ ਲੱਗ ਜਾਂਦੇ ਹਾਂ। ਜਦੋਂ ਵੱਡਿਆਂ ਦੀ ਰੀਸ ਕਰਦੇ ਹਾਂ ਤਾਂ ਇੱਕ ਨੇ ਇੱਕ ਕੀਤੀ, ਦੂਜੇ ਨੇ ਦੂਜੀ ਕੀਤੀ, ਤੀਜੇ ਨੇ ਤੀਜੀ ਕੀਤੀ, ਤਾਂ ਉਸ ਦੇ ਨਾਲ ਵੱਧ ਕੇ ਜਿਹੜੀ ਰੋਹ ਰੀਤਾਂ ਹੁੰਦੀਆਂ ਨੇ ਅਤੇ ਵਿਵਹਾਰ ਹੁੰਦੇ, ਰਿਵਾਜ ਹੁੰਦੇ ਆ, ਇਹ ਬਹੁਤ ਜ਼ਿਆਦਾ ਲੰਬੇ ਹੋ ਜਾਂਦੇ ਆ। ਜਿਵੇਂ ਜਿਸ ਧਰਤੀ ਦੇ ਉੱਤੇ ਆਪਾਂ ਬੈਠੇ ਹਾਂ, ਇੱਥੇ ਵਾਲੀ ਜਿਹੜੀ ਆਪਣੀ ਸੰਗਤ ਹੈ ਉਹ ਪੰਜਾਬ ਵਾਲੀ ਸੰਗਤ ਤੋਂ ਵੀ ਗਾਹਾਂ। ਠੀਕ ਹੈ। ਜਿੰਨੇ ਕੁ ਮੈਨੂੰ ਪਤਾ ਹੈ ਉਹ ਮੇਰੀ ਗਿਣਤੀ 'ਚ ਤਾਂ ਆਉਂਦੇ ਨਹੀਂ, 7 ਕੁ ਪ੍ਰੋਗਰਾਮ ਨੇ
ਉਹ ਜਿਹੜੇ ਪਤਾ ਨਹੀਂ ਕੀ ਆ, ਉਹ ਕਰਾਓ ਜੀ, ਫਲਾਓ ਨਲਾਓ ਜੀ, ਫਲਾਨਾ ਕਰਾਓ ਜੀ, ਮਹਿੰਦੀ ਲਾਓ ਜੀ, ਫਲਾਂ ਲਾਓ ਜੀ। ਠੀਕ ਹੈ ਨੀ। ਹਾਂਜੀ ਜਦੋਂ ਕਿ ਗੱਲ ਸਿਰਫ ਇੰਨੀ ਹੈਗੀ ਕਿ ਆਪਾਂ ਪਰ ਸਾਰੇ ਸਮਾਜ ਨੂੰ ਇਹ ਦੱਸਣਾ ਹੁੰਦਾ ਵੀ ਅਸੀਂ ਮੁੰਡੇ ਅਤੇ ਕੁੜੀ ਦਾ ਕਰਤਾ ਜੀ ਵਿਆਹ, ਹਾਂਜੀ ਇਹ ਦੋਨੋਂ ਇਕੱਠੇ ਰਹਿਣਗੇ, ਇਹ ਇੱਕ ਨਵਾਂ ਯੂਨਿਟ ਅਪ ਕਰਤਾ। ਅਸੀਂ ਤੁਹਾਨੂੰ ਕਿਹਾ ਹੀ ਨਹੀਂ, ਅਸੀਂ ਤੁਹਾਡੇ ਸਾਹਮਣੇ ਪਰਮਾਤਮਾ ਦਾ ਆਸਰਾ ਲੈ ਕੇ ਕਰਨ ਲੱਗੇ ਹਾਂ ਜੀ, ਜਿਹਨੂੰ ਆਪਾਂ ਆਨੰਦ ਕਾਰਜ ਕਹਿੰਦੇ ਹਾਂ। ਠੀਕ ਹੈ। ਅਤੇ ਆਨੰਦ ਕਾਰਜ ਤੋਂ ਬਾਅਦ ਇਹ ਹੁੰਦਾ ਵੀ ਅੱਜ ਦਾ ਜਿਹੜਾ ਲੰਗਰ ਹੈ ਉਹ ਇਹਦੇ ਮਾਂ ਬਾਪ ਦੇਣਗੇ। ਉਸ ਤੋਂ ਬਾਅਦ ਜਿਹੜਾ ਹੈਗਾ ਭੋਜਨ ਹੁੰਦਾ। ਠੀਕ। ਭੋਜਨ ਹੋ ਕੇ ਆਪਾਂ ਸਾਰੇ ਚਲੇ ਜਾਂਦੇ ਹਾਂ ਅਤੇ ਉਹਨਾਂ ਨੂੰ ਕਹਿ ਦਿੰਦੇ ਹਾਂ ਕਿ ਤੁਸੀਂ ਬੱਚੇ ਹੋ, ਮੁੰਡਾ ਅਤੇ ਕੁੜੀ, ਤੁਸੀਂ ਭਾਈ ਆਪਣਾ ਰਹਿਣਾ ਸ਼ੁਰੂ ਕਰ ਲੈਣਾ। ਹਾਂਜੀ। ਅਤੇ ਜਿਹੜੇ ਧੀ ਵਾਲੇ ਹੈ ਉਹ ਵੀ ਕੁਝ ਘਰ ਨੂੰ ਬਣਾਉਣ ਜੋਗਾ ਸਮਾਨ ਦੇ ਦਿੰਦੇ ਆ, ਬਾਕੀ ਦਾ ਘਰ ਵਾਲੇ ਦੇ ਦਿੰਦੇ ਆ, ਤਾਂ ਕਿ ਉਹ ਇੱਕ ਨਵਾਂ ਪਰਿਵਾਰਕ ਯੂਨਿਟ ਜੀ ਬਣਾ ਕੇ ਆਪਣੀ ਜ਼ਿੰਦਗੀ ਸ਼ੁਰੂ ਕਰ ਲੈਣ, ਉਹਨਾਂ ਨੂੰ ਔਖਾ ਨਾ ਹੋਵੇ ਅਤੇ ਉਹ ਤੰਗੀ ਤੋਂ ਬਗੈਰ ਆਪਣੀ ਲਾਈਫ ਸ਼ੁਰੂ ਕਰ ਲੈਣ। ਗੱਲ ਤਾਂ ਸਿਰਫ ਇੰਨੀ ਸੀ ਜੀ। ਹੁਣ ਇਸ ਤੋਂ ਬਗੈਰ ਫਿਰ ਜੀ ਉਹ ਅਸੀਂ ਫਲਾਣੇ ਸਿੰਗਰ ਨੂੰ ਬੁਲਾਉਣਾ ਜੀ, ਅਸੀਂ ਉਹ ਤੋਂ ਲਾਉਣਾ, ਫਿਰ ਅਸੀਂ ਗਿੱਧਾ ਪਾਉਣਾ ਜੀ, ਉਹ ਫਿਰ ਜੀ ਭੰਗੜੇ ਦੇ ਉੱਤੇ ਭੰਗੜੇ ਵਾਲੇ ਸੱਦਣੇ ਆ ਜੀ, ਉਹ ਜਿਹੜਾ ਹੈਗਾ, ਜਾਂ ਅਸੀਂ ਫਿਰ ਫਲਾਂ ਜਾਣਾ ਜੀ। ਅਤੇ ਇੱਥੇ ਵਾਲੇ ਤਾਂ ਜਿਹੜੇ ਗੱਪ ਛੇੜਦੇ ਨਹੀਂ, ਉਹ ਗੱਲ ਬਹੁਤ ਹੈ। ਤੁਸੀਂ ਇਹ ਦੇਖਣਾ ਵੀ ਤੁਸੀਂ ਉਹਦੇ ਨਾਲ ਕਿੱਥੋਂ ਤੱਕ ਚੱਲਣਾ। ਮੇਰਾ ਇਹ ਹੈਗਾ ਵੀ ਅਸੀਂ ਉਹਨਾਂ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਆਨੰਦ ਕਾਰਜ ਦੇਖਣੇ ਅਤੇ ਸਾਨੂੰ ਚਾਹੀਦਾ ਕਿ ਉਸ ਬੱਚੇ ਨੂੰ ਕੁਝ ਪੈਸੇ ਦੇ ਦਈਏ ਤਾਂ ਕਿ ਉਹ ਜ਼ਿੰਦਗੀ ਆਪਣੀ ਸ਼ੁਰੂ ਕਰ ਲੈਣ। ਉੱਥੇ ਹੁੰਦੇ ਸੀਗੇ ਵੀ ਸਮਾਨ ਦੇਣਾ ਸੀ, ਇੱਥੇ ਆਪਾਂ ਪੈਸੇ ਦੇ ਦਿੰਦੇ ਹਾਂ ਉਹਦੀ ਜਗ੍ਹਾ। ਠੀਕ। ਅਤੇ ਦੂਜੀ ਗੱਲ ਇਹ ਹੈ ਕਿ ਜਿਹੜਾ ਪਰਿਵਾਰ ਹੈ ਉਹਨਾਂ ਨੇ ਸਾਡਾ ਜਿਹੜਾ ਰਿਸ਼ਤਾ ਹੈ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਵੀ ਤੁਹਾਡਾ ਇੱਕਦਮ ਬਹੁਤ ਜ਼ਿਆਦਾ ਖਰਚ ਹੋ ਗਿਆ, ਤੁਸੀਂ ਆਹ ਚੱਕੋ ਥੋੜ੍ਹੇ ਜਿਹੇ ਪੈਸੇ, ਅਤੇ ਉਹ ਲੈਣ ਦੇਣ ਹੋ ਗਿਆ। ਠੀਕ। ਇਹਦੇ ਤੱਕ ਆਪਾਂ ਨੂੰ ਸੀਮਿਤ ਕਰਨਾ ਚਾਹੀਦਾ। ਅਤੇ ਜਿਹੜੀਆਂ ਹੁੰਦੀਆਂ ਨੇ ਬਾਅਦ 'ਚ ਪਾਰਟੀਆਂ, ਇੱਕ ਮੁੰਡੇ ਵਾਲੇ ਕਰਦੇ ਆ, ਇੱਕ ਕੁੜੀ ਵਾਲੇ ਕਰਦੇ ਆ, ਅਤੇ ਇੱਕ ਹੋਰ ਹੁੰਦੀਆਂ ਪਾਰਟੀਆਂ ਜਿਹੜੇ ਫਰੈਂਡਸ ਕਰਦੇ, ਉਹ ਸਾਡਾ ਮਸਲਾ ਨਹੀਂ ਹੈ ਕਿਉਂਕਿ ਅਸੀਂ ਉਹਦੇ 'ਚ ਜਾਂਦੇ ਨਹੀਂ। ਅਤੇ ਇਸੇ ਤਰ੍ਹਾਂ ਧਾਰਮਿਕ ਗੱਲਾਂ ਵੀ ਨੇ। ਧਾਰਮਿਕ ਗੱਲਾਂ ਤਾਂ ਇਹ ਹੈ ਵੀ ਜਿਹੜੇ ਗੁਰਦੁਆਰਿਆਂ ਵਾਲੇ ਆ, ਆਪਾਂ ਆਪਣੀ ਗੱਲ ਕਰੀਏ, ਉਹ ਭਾਈ ਜੀ ਦੇਖਦੇ ਆ ਵੀ ਆਪਾਂ ਨੂੰ ਖਾਣ ਪੀਣ ਨੂੰ ਚੱਲਦਾ ਰਹੇ ਅਤੇ ਸਮਾਨ ਸਮੂਨ ਆਉਂਦਾ ਰਹੇ, ਕੋਈ ਇਹੋ ਜਿਹੀਆਂ ਚੀਜ਼ਾਂ ਕਰੋ ਕਿ ਇਹ ਆਪਣਾ ਸਾਡੇ ਹਿੱਸੇ 'ਚ ਰਹਿਣ। ਤਾਂ ਉਹ ਫਿਰ ਉਦੋਂ ਹੀ ਮਗਰ ਪੈ ਜਾਂਦੇ ਜਦੋਂ ਜਾਣ ਵੇਲੇ ਮੁੰਡੇ ਵਾਲੇ ਮੱਥਾ ਟੇਕਣ ਜਾਂਦੇ, ਉਹ ਵੀ ਭਾਈ ਜੀ ਨਾਲ ਹੀ ਤੁਰ ਪੈਂਦਾ। ਫਿਰ ਜੀ ਹੁਣ ਸਾਰੇ ਖੜ੍ਹ ਗਏ, ਹੁਣ ਤੁਸੀਂ ਰੁਕ ਜਾਓ, ਹੁਣ ਤੁਹਾਡੀ ਅਸੀਂ ਮਿਲਣੀ ਕਰਾਉਣੀ ਹੈ, ਲਓ ਜੀ ਅਰਦਾਸ। ਠੀਕ ਹੈ ਨੀ। ਇੱਕ ਨੇ ਦੇ ਤਾਂ 500, ਦੂਜੇ ਨੇ 1000 ਦੇ ਦੇਣਾ ਮੁੰਡੇ ਵਾਲੇ ਨੇ ਜਦੋਂ, ਅਤੇ ਦੂਜਿਆਂ ਨੇ ਕਹਿਣਾ ਦੇਖੋ ਭਾਈ ਅਸੀਂ ਵੀ ਚਾਚੇ ਤਾਂ ਅਸੀਂ ਵੀ ਦੇ ਦਿਓ। ਉਸ ਤੋਂ ਬਾਅਦ ਫਿਰ ਦੂਜੀ ਅਰਦਾਸ, ਫਿਰ ਫਲਾਂ ਅਰਦਾਸ। ਠੀਕ ਹੈ ਨਾ। ਇਹ ਜਿਹੜੀਆਂ ਅਰਦਾਸਾਂ ਨੇ, ਜਦੋਂ ਇੱਕ ਵਾਰੀ ਅਸੀਂ ਨਮਸਕਾਰ ਹੋ ਕੇ ਗੁਰੂ ਦਾ ਆਸਰਾ ਲੈ ਲਿਆ, ਇਹਨਾਂ ਅਰਦਾਸਾਂ ਦੇ ਅਰਥ ਕੀ ਨੇ? ਅਸੀਂ ਇਹਨਾਂ ਅਰਦਾਸਾਂ 'ਚ ਨਹੀਂ ਹੈਗੇ। ਅਸੀਂ ਆਸਰਾ ਲੈਣ 'ਚ ਪੂਰੇ ਸਿਨਿਮਰ ਹੋ ਕੇ, ਪੂਰੇ ਵਿਸ਼ਵਾਸ ਨਾਲ ਕਿ ਇਹ ਸੱਚੇ ਪਾਤਸ਼ਾਹ ਤੇਰੇ ਚਰਨਾਂ ਦੇ ਵਿੱਚ ਆ ਕੇ ਅਸੀਂ ਆਪਣਾ ਇਹ ਸੰਬੰਧ ਸ਼ੁਰੂ ਕਰ ਲਿਆ ਅਤੇ ਤੇਰਾ ਹੀ ਸਾਨੂੰ ਆਸਰਾ ਰਹੋ। ਅਤੇ ਇਹ ਗੱਲਾਂ ਦੇ ਵਿੱਚ ਆਪਾਂ ਨਹੀਂ ਪੈਣਾ। ਠੀਕ ਹੈ। ਇਹ ਗੱਲਾਂ ਤੋਂ ਸਾਨੂੰ ਸੰਭਲਣਾ ਚਾਹੀਦਾ। ਇਹ ਆਪਾਂ ਛੋਟੀਆਂ ਛੋਟੀਆਂ ਗੱਲਾਂ ਕੀਤੀਆਂ ਨੇ, ਲੇਕਿਨ ਇਹ ਅਧਿਆਤਮ ਦੇ ਖੇਤਰ ਦੇ ਵਿੱਚ ਬਹੁਤ ਵੱਡੀਆਂ ਗੱਲਾਂ ਨੇ, ਕਿਉਂਕਿ ਇਹਨਾਂ ਦੇ ਨਾਲ ਸਾਡਾ ਪੈਸੇ ਵੀ ਬਚਦੇ ਆ ਅਤੇ ਸਾਡਾ ਸਮਾਂ ਵੀ ਬਚਦਾ ਹੈ। ਅਤੇ ਹੁਣ ਰਹੀ ਗੱਲ ਇਹ ਕਿ ਆਪਾਂ ਸਹਿਜ ਧਾਰਾ ਦੀ ਵੀ ਗੱਲ ਆਪਾਂ ਨੂੰ ਕਰਨੀ ਚਾਹੀਦੀ ਹੈ। ਬਈ ਆਪਾਂ ਇਹ ਗੱਲ ਵਿਰੋਧ 'ਚ ਤਾਂ ਕਰ ਲਈ, ਬਈ ਜੇ ਆਪਾਂ ਵਿਰੋਧ 'ਚ ਗੱਲ ਕਰ ਲਈ ਤਾਂ ਆਪਾਂ ਗੱਲ ਕਰਨਾ ਕੀ ਚਾਹੁੰਦੇ ਹਾਂ। ਸਹਿਜ ਧਾਰਾ ਦੇ ਵਿੱਚ ਜੋ ਅਸੀਂ ਲੋਕ ਮੰਨਦੇ ਹਾਂ, ਉਹ ਅਸੀਂ ਮੰਨਦੇ ਹਾਂ ਕਿ ਸਵੇਰੇ ਔਰ ਸ਼ਾਮ ਨਾਮ ਸਿਮਰਨ ਕਰਨਾ। ਨਾਮ ਸਿਮਰਨ ਤੋਂ ਮਤਲਬ ਹੈਗਾ ਮੂਲ ਮੰਤਰ ਦਾ ਜਾਪ।
ਤੇ ਹਰ ਇੱਕ ਜਗ੍ਹਾ ਦੇ ਉੱਤੇ ਆਪਣਾਪਣ ਹੈਗਾ। ਤੇ ਜੇ ਮੁਹੰਮਡਨਸ ਕਰਨਗੇ ਲਾ ਇਲਾਹਾ ਇਲੱਲ੍ਹਾ ਮੁਹੰਮਦ ਰਸੂਲ ਅੱਲਾ, ਹਾਂਜੀ ਤਾਂ ਬਾਬਾ ਨਾਨਕ ਨੇ ਹੁਕਮ ਕੀਤਾ ਹੈਗਾ ਏਕ ਓਂਕਾਰ ਤੋਂ ਸਤਿਗੁਰ ਪ੍ਰਸਾਦ ਤੱਕ ਦਾ, ਜੀ ਇਹ ਕਰਦੇ ਹਾਂ। ਹੁਣ ਕਿਉਂਕਿ ਬਹੁਤ ਜ਼ਿਆਦਾ ਵਿਗਿਆਨ ਨੇ ਸਾਡੇ ਸਾਰੀ ਫੀਲਡ 'ਚ ਐਂਟਰੀ ਕਰ ਲਈ ਅਤੇ ਸਮਝ ਆਪਣੀ ਵੱਖਰੇ ਐਂਗਲ ਤੋਂ ਹੋ ਗਈ, ਅਤੇ ਹੁਣ ਅਸੀਂ ਪਰਮਾਤਮਾ ਨੂੰ ਜੋ ਸਦਾ ਚਾਨਣੀ ਚੇਤਨਤਾ ਜੀ ਕਹਿਣ ਲੱਗ ਗਏ, ਤਾਂ ਅਸੀਂ ਉਸ ਨੂੰ ਹੀ ਧਾਰਨ ਕਰ ਲਿਆ, ਕਿਉਂਕਿ ਸਿਰਫ ਨਾਂ ਹੀ ਲੈਣਾ। ਠੀਕ ਹੈ ਤੁਸੀਂ ਵਾਹਿਗੁਰੂ ਵੀ ਕਹਿ ਸਕਦੇ ਹੋ, ਠੀਕ ਹੈ ਤੁਸੀਂ ਇਕੱਲਾ ਅੱਲਾ ਵੀ ਕਰ ਸਕਦੇ ਹੋ, ਜੀ ਤੁਸੀਂ ਓਮ ਨਮੋ ਸ਼ਿਵਾਏ ਵੀ ਕਰ ਸਕਦੇ ਹੋ, ਜੋ ਮਰਜ਼ੀ ਕਰ ਸਕਦੇ ਹੋ। ਜਿਹੜਾ ਵੀ ਕਰਦੇ ਹੋ ਠੀਕ ਉਹਦੇ ਵਿੱਚ ਤੁਸੀਂ ਟਿਕ ਕੇ ਰਹਿਣਾ, ਅਤੇ ਉਹਦੇ 'ਚ ਤੁਹਾਨੂੰ ਯਾਦ ਹੁੰਦੀ ਹੈ ਕਿ ਹੇ ਸੱਚੇ ਪਾਤਸ਼ਾਹ, ਮੈਂ ਤੈਨੂੰ ਇਸ ਕਰਕੇ ਸਮਝਦਾ, ਜੀ ਨਮਸਕਾਰ ਕਰਨਾ। ਇਹ ਗੱਲ ਆਪਣੇ 'ਚ ਬਹੁਤ ਜ਼ਰੂਰੀ ਹੈ। ਦੂਜੀ ਗੱਲ ਇਹ ਹੈਗੀ ਬਈ ਜਦੋਂ ਆਪਾਂ ਸਾਰੇ ਲੋਕਾਂ ਲਈ ਗੱਲ ਕਰਦੇ ਹਾਂ ਤਾਂ ਉਹ ਆਸਤਕ ਨਾਸਤਕ ਦਾ ਵੀ ਸਵਾਲ ਆਉਂਦਾ, ਜੀ ਅਤੇ ਅੱਧੇ ਕੁ ਨਾਸਤਕ ਵਾਲਾ ਵੀ ਹੁੰਦਾ, ਅਤੇ ਅੱਜ ਕੱਲ੍ਹ ਕੁਦਰਤ ਨੂੰ ਮੰਨਣ ਵਾਲੇ ਵੀ ਆ ਗਏ ਵੀ ਨੇਚਰ ਹੀ ਹੈਗਾ, ਗੋਡ ਕੋਈ ਨਹੀਂ ਇਕੱਲਾ। ਹਾਂਜੀ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਹੋਵੇ, ਇਹ ਸਾਰਿਆਂ ਲਈ ਹੈਗਾ। ਸਾਰਿਆਂ ਨੂੰ ਜ਼ਰੂਰੀ ਨਹੀਂ ਕਿ ਉਹ ਕਿਸੇ ਦੂਸਰੇ ਦਾ ਕਿਸੇ ਦਾ ਨਾਮ ਸਿਮਰਨ ਲਈ ਮੂਲ ਮੰਤਰ ਲੈਣ। ਜੇ ਤੁਸੀਂ ਬਿਲਕੁਲ ਕੁਝ ਨਹੀਂ ਮੰਨਦੇ, ਹਾਂਜੀ ਤੁਸੀਂ ਆਰਾਮ ਦੇ ਨਾਲ ਟਿਕ ਕੇ 9 ਮਿੰਟ ਆਪਾਂ ਲਫ਼ਜ਼ ਯੂਜ਼ ਕਰਦੇ ਹੁੰਦੇ ਹਾਂ, ਹਾਂਜੀ 9 ਮਿੰਟ ਬੈਠ ਜਾਓ, ਠੀਕ ਹੈ ਬੈਠ ਕੇ ਕੁਛ ਚੀਜ਼ ਜਿਹੜੀ ਤੁਹਾਨੂੰ ਆਉਂਦੀ ਹੈ, ਜੇ ਹੋਰ ਕੁਛ ਨਹੀਂ ਆਉਂਦਾ ਤਾਂ ਦੁਨੀਆ ਦਾ ਨਕਸ਼ਾ ਹੀ ਲੈ ਲਓ, ਤੁਹਾਨੂੰ ਜਿਹੜੀ ਚੀਜ਼ ਵੀ ਯਾਦ ਆਉਂਦੀ ਹੈ। ਜੀ ਕਈ ਵਾਰ ਤਾਂ ਇਹ ਵੀ ਹੁੰਦਾ ਕਿ ਇੱਕ ਨੁਕਤੇ ਦੇ ਉੱਤੇ ਟਿਕਾ ਕੇ ਨਜ਼ਰ ਜੀ ਇਕਾਗਰਤਾ ਹੋ ਜਾਂਦੀ ਹੈ, ਕਿਉਂਕਿ ਮੂਲ ਮੰਤਰ ਵੀ ਸਾਰੀਆਂ ਆਲੇ ਦੁਆਲੇ ਤੋਂ ਲਿਆ ਕੇ ਇੱਕ ਜਗ੍ਹਾ 'ਤੇ ਕੇਂਦਰਿਤ ਕਰਕੇ ਇਕਾਗਰ ਹੋਣ ਦਾ ਮਸਲਾ, ਹਾਂਜੀ ਉਹਦੇ ਨਾਲ ਸਾਡੀ ਸਾਰੇ ਦਿਨ ਦੀ ਹਿਲਚੁਲ ਜਿਹੜੀ ਹੈਗੀ ਉਹ ਠੀਕ ਹੋ ਜਾਂਦੀ ਹੈ। ਅਸੀਂ ਇਹ ਕਹਿੰਦੇ ਹਾਂ ਆਸਤਕ ਨਾਸਤਕ ਦਾ ਕੋਈ ਸਵਾਲ ਨਹੀਂ ਰੱਬ ਦੇ ਮਾਮਲੇ 'ਚ। ਜੀ ਫਰਕ ਸਿਰਫ ਇੰਨਾ ਹੈ ਕਿ ਉਹ ਅਮਲਾਂ ਦੇ ਹੋਣਗੇ ਨਵੇੜੇ ਵਾਲੀ ਗੱਲ ਹੈ। ਅਮਲ ਜੇ ਨਾਸਤਕ ਕਰ ਲੂ, ਉਹਨੂੰ ਵੀ ਪਰਮਾਤਮਾ ਨੇ ਨਾ ਨਹੀਂ ਕਹਿਣੀ, ਉਹਨੂੰ ਵੀ ਆਸ਼ੀਰਵਾਦ ਮਿਲਣਾ। ਠੀਕ ਅਤੇ ਇਹਦੇ 'ਚ ਆ ਕੇ ਜਿਹੜੀ ਚੀਜ਼ ਹੈਗੀ ਉਹ ਸਾਨੂੰ ਸਮਝਣੀ ਚਾਹੀਦੀ ਹੈ ਵੀ ਜੋ ਮਰਜ਼ੀ ਹੈਗਾ, ਤੁਸੀਂ 1 ਮਿੰਟ ਟਿਕਾ ਦੇ ਵਿੱਚ ਆ ਕੇ ਬੈਠਣਾ, ਅਤੇ ਤੁਸੀਂ ਸਵੇਰੇ ਔਰ ਸ਼ਾਮ ਬੈਠਣਾ। ਅਤੇ ਜੇ ਇਸ ਨੂੰ ਤੁਸੀਂ ਮੈਨੂੰ ਪੁੱਛੋਗੇ ਕਿ ਜੇ ਰੱਬ ਵਾਲੀ ਗੱਲ ਨਾ ਵੀ ਹੋਵੇ ਤਾਂ ਵੀ ਕੀ ਫਾਇਦਾ, ਤਾਂ ਇਹਦਾ ਹੈਗਾ ਵੀ ਜੇ ਤੁਸੀਂ ਸਾਈਕੋਲੋਜੀਕਲੀ ਦੇਖ ਲਵੋ ਅਤੇ ਅੰਦਰ ਦੀ ਜਿਹੜੀ ਹਿਲਚੁਲ ਹੈ ਉਸ ਨੂੰ ਤੁਸੀਂ ਇੱਕ ਜਗ੍ਹਾ 'ਤੇ ਟਿਕਾ ਦਿਓ, ਤਾਂ ਤੁਹਾਡੀ ਜਿਹੜਾ ਸਾਰੇ ਦਾ ਸਾਰਾ ਸਿਸਟਮ ਹੈ ਮੈਂਟਲ ਹਾਂਜੀ ਅਤੇ ਫਿਜ਼ੀਕਲ, ਉਹ ਇੱਕ ਰਿਦਮ ਦੇ ਵਿੱਚ ਆ ਜਾਂਦਾ, ਜਿਹੜੀ ਜੀਵਨ ਦੀ ਰਿਦਮ ਜਿਹਨੂੰ ਅਸੀਂ ਕਹਿੰਦੇ ਹਾਂ, ਠੀਕ ਹੈ ਉਹ ਜ਼ਰੂਰੀ ਹੈ। ਅਤੇ ਅਸੀਂ ਲੋਕ ਵਿਵਹਾਰ ਦੇ ਵਿੱਚ 2 ਚੀਜ਼ਾਂ ਨੂੰ ਜ਼ਿਆਦਾ ਮੰਨਦੇ ਹਾਂ। ਇੱਕ ਤਾਂ ਮੰਨਦੇ ਹਾਂ ਸੱਚ, ਸੱਚ ਦਾ ਜਿਹੜਾ ਹੈਗਾ ਉਹ ਆਪਣੇ ਸਿਸਟਮ ਜਾ ਕੇ ਸੱਚ ਅਤੇ ਤੱਥ ਦੇ ਵਿੱਚ ਫਾਸਲਾ ਨਾਪੋ, ਹਾਂਜੀ ਆਪਣੀ ਇੱਕ ਟੂਕ ਹੈ, ਉਸ ਲਿਹਾਜ਼ ਨਾਲ ਸੱਚ ਦੀ ਗੱਲ ਕਰਦੇ ਹਾਂ। ਅਤੇ ਦੂਸਰਾ ਹੈ ਸਾਦਗੀ। ਸਾਦਗੀ ਹੁੰਦੀ ਹੈ ਸਿੰਪਲਿਸਿਟੀ। ਇੱਕ ਉਸ ਤੋਂ ਵੀ ਵੱਡਾ ਗੁਣ ਹੈ ਜਿਹੜਾ ਸੰਭਲ ਕੇ ਵਰਤਣਾ ਚਾਹੀਦਾ, ਉਹਨੂੰ ਕਹਿੰਦੇ ਭੋਲਾਪਨ, ਹਾਂਜੀ ਇਨੋਸੈਂਸ। ਇਨੋਸੈਂਟ ਜਿਹੜਾ ਬੰਦਾ ਹੈ ਉਹਦੇ 'ਤੇ ਰੱਬ ਦੇ ਵਿੱਚ ਫਾਸਲਾ ਬਹੁਤਾ ਜ਼ਿਆਦਾ ਨਹੀਂ ਰਹਿੰਦਾ, ਕਿਉਂਕਿ ਇਨੋਸੈਂਸ ਜਿਹੜੀ ਹੈਗੀ ਇਹ ਉਹਦੀ ਆਪਣੀ ਕੁਆਲਿਟੀ ਹੈ। ਜੀ ਅਤੇ ਬੈਠੇ ਹਾਂ ਆਪਾਂ ਹੁਣ ਸਰੀ 'ਚ, ਹਾਂਜੀ ਕੈਨੇਡਾ 'ਚ, ਤਾਂ ਇਹਦੇ 'ਚ ਆ ਕੇ ਜਿਹੜੀ ਇੱਕ ਗੱਲ ਹੈਗੀ ਉਹ ਆਪਾਂ ਨੂੰ ਮੰਨਣੀ ਚਾਹੀਦੀ ਹੈ, ਇਹ ਕਿ ਇੱਕ ਤਾਂ ਥੈਂਕ ਯੂ ਕਹਿਣਾ ਚਾਹੀਦਾ, ਹਾਂਜੀ ਇੱਕ ਸੌਰੀ। ਜੀ ਸਾਡੇ ਵਿਵਹਾਰ ਦੇ ਵਿੱਚ ਥੈਂਕ ਯੂ ਅਤੇ ਸੌਰੀ ਜੇ ਹੈਗਾ, ਹਾਂਜੀ ਜੇ ਆਪਾਂ ਦੇਖ ਲਿਆ ਤੁਹਾਡਾ ਕਿਸੇ ਨੇ ਚੰਗਾ ਕਰਤਾ ਤੁਸੀਂ ਕਹੋਗੇ ਥੈਂਕ ਯੂ, ਹਾਂਜੀ ਤੁਹਾਤੋਂ ਕਿਸੇ ਦਾ ਗਲਤ ਹੋ ਗਿਆ ਤੁਸੀਂ ਕਹੋਗੇ ਸੌਰੀ। ਇਹ ਜਿਹੜਾ ਹੈਗਾ ਇਹ ਅਧਿਆਤਮ ਦੇ ਲਈ ਆਜ਼ਾਦ ਜ਼ਰੂਰੀ ਹੈ, ਠੀਕ ਹੈ ਕਿਉਂਕਿ ਇਹਦੇ ਨਾਲ ਤੁਸੀਂ
ਜਿਹੜਾ ਬਚਦੇ ਹੋ ਉਹ ਬਚਦੇ ਉੱਚਾ ਬੋਲਣ ਤੋਂ, ਅੱਖੜ ਬੋਲਣ ਤੋਂ, ਨੈਗੇਟਿਵ ਬੋਲਣ ਤੋਂ, ਸ਼ੈਤਾਨ ਦੀ ਬੋਲੀ ਬੋਲਣ ਤੋਂ। ਜੇ ਤੁਹਾਡੇ ਕੋਲ ਇਹ ਦੋ ਲਫ਼ਜ਼ ਨੇ, ਦੂਜੇ ਹੈ ਇਹ ਅਧਿਆਤਮਕ ਤੌਰ ਦੇ ਉੱਤੇ ਜੇ ਤੁਸੀਂ ਥੈਂਕ ਯੂ ਅਤੇ ਸੌਰੀ ਕਹਿੰਦੇ ਆ ਤਾਂ ਦੂਜੀ ਆਤਮਾ ਤੁਹਾਨੂੰ ਪਿਆਰ ਕਰਦੀ ਹੈ ਅਤੇ ਆਸ਼ੀਰਵਾਦ ਦਿੰਦੀ ਹੈ, ਜਿਹਦੇ ਨਾਲ ਤੁਹਾਡਾ ਵਾਸਤਾ ਹੈ। ਕਿਉਂਕਿ ਇਹ ਗੱਲ ਅਸੀਂ ਮੰਨਦੇ ਹਾਂ ਕਿ ਜੇ ਆਤਮਾ ਸਾਰਿਆਂ 'ਚ ਹੈਗੀ ਤਾਂ ਪਰਮਾਤਮਾ ਉਹਨਾਂ ਦੇ ਵਿੱਚ ਨਿਵਾਸ ਕਰਦਾ ਹੈ। ਇਹ ਗੱਲ ਮੰਨ ਲੈਣੀ ਚਾਹੀਦੀ ਹੈ। ਅਤੇ ਇਸ ਤੋਂ ਅੱਗੇ ਦੀ ਗੱਲ ਉਹ ਜਿਹੜੀ ਪਹਿਲਾਂ ਵਾਲੀ ਗੱਲ ਸੀ, ਜਿਹੜੀ ਆਪਾਂ ਮੂਲ ਮੰਤਰ ਦੀ ਗੱਲ ਕਰਦੇ ਸੀ, ਜਿਹੜਾ ਆਪਾਂ ਅਣੂ ਉਪਾਏ ਦੀ ਗੱਲ ਕਰਦੇ ਸੀ। ਅਣੂ ਉਪਾਏ ਸਮਝਦੇ ਹੋ ਕਿੰਦਾ? ਅਣੂ ਉਪਾਏ ਜਿਹੜਾ ਹੈਗਾ ਉਹ ਪੁਰਾਤਨ ਸੰਸਕ੍ਰਿਤ ਸਾਹਿਤ ਦੇ ਵਿੱਚ ਆਉਂਦਾ ਅਤੇ ਅਣੂ ਉਪਾਏ ਵੀ ਅਸੀਂ ਕਹਿੰਦੇ ਵੀ ਬਿਨਾਂ ਕਿਸੇ ਕੋਸ਼ਿਸ਼ ਤੋਂ। ਅਣੂ ਉਪਾਏ ਮੈਨੇ ਐਟਮ, ਛੋਟਾ ਉਪਾਏ, ਉਹਦੇ 'ਚ ਇਹ ਹੈਗਾ। ਉਹ ਹੁਣ ਤੁਹਾਨੂੰ ਮੈਂ ਬੋਲ ਕੇ ਦੱਸਦਾ। ਜਿਹੜਾ ਸਹਿਜ ਧਾਰਾ ਦਾ ਉਹ ਕਹਿੰਦਾ ਕਿ ਕਿੱਤੇ ਨੂੰ ਕਿਸਮਤ ਦਾ ਘਾੜਾ ਮੰਨ ਕੇ ਚੱਲੋ। ਮੈਂ ਦੁਬਾਰਾ ਇਹ ਕਹਿ ਦਿੰਦਾ, ਕਿੱਤੇ ਨੂੰ ਕਿਸਮਤ ਦਾ ਘਾੜਾ ਮੰਨ ਕੇ ਚੱਲੋ, ਸ਼ੁਕਰ ਕਰੋ ਅਤੇ ਤੁਸੀਂ ਨਿਮਰ ਹੋ ਜਾਵੋਗੇ, ਪਾ ਲਵੋਗੇ। ਇਹ ਤਾਂ ਜ਼ਰੂਰੀ ਹੈ। ਇੱਕ ਪਿਤਾ ਜੀ, ਜਿਹੜਾ ਵੀ ਕੋਈ ਵੀ ਸਾਧਕ ਹੈ ਜਿਹੜਾ ਜੋ ਆਪ ਦੇ ਉਪਦੇਸ਼ ਦੇ ਅਨੁਸਾਰ ਜੋ ਚੱਲਦਾ ਹੈ, ਉਹਦੇ ਨਾਲ ਜੋ ਪ੍ਰਾਪਤੀਆਂ ਹੋਣਗੀਆਂ ਉਹ 'ਚ ਕੀ ਤਬਦੀਲੀਆਂ ਜਾਂ ਉਸ ਦਾ ਗਿਆਨ ਉਹਨੂੰ ਕਿਵੇਂ ਹੋਵੇਗਾ ਜੀ? ਤੁਸੀਂ ਤਾਂ ਸਾਰੇ ਨਿਖੇੜੇ ਕਰਨ 'ਤੇ ਆ ਗਏ ਅੱਜ, ਠੀਕ ਹੈ ਨਾ। ਇਹਦੇ ਬਾਰੇ ਮੈਨੂੰ ਕੁਛ ਨਹੀਂ ਕਹਿਣਾ ਚਾਹੀਦਾ, ਕਿਉਂਕਿ ਇਹ ਕਹਿਣਾ ਜਿਹੜਾ ਹੈਗਾ, ਕਿਉਂਕਿ ਮੈਂ ਸਾਈਕੋਲੋਜੀ ਵਗੈਰਾ ਅਤੇ ਫਿਲਾਸਫੀ ਚੰਗੀ ਤਰ੍ਹਾਂ ਹੰਢਾਈ ਹੈ। ਜੇ ਮੈਂ ਕੁਛ ਕਹਿ ਦਿਆਂ ਤਾਂ ਤੁਹਾਡੀ ਕੰਡੀਸ਼ਨਿੰਗ ਹੋ ਜਾਊ। ਇਹ ਸਾਈਕੋਲੋਜੀ ਦਾ ਵਰਡ ਹੈ। ਅਤੇ ਦੂਜਾ ਇਹ ਹੈਗਾ, ਜੇ ਮੈਂ ਤੁਹਾਨੂੰ ਕਹਿ ਦਿਆਂ ਕਿ ਤੁਹਾਡਾ ਆਹ ਹੋ ਜੂ, ਤਾਂ ਤੁਹਾਡਾ ਇਨਰ ਜਿਹੜਾ ਹੈਗਾ ਉਸ ਦੇ ਲਿਹਾਜ਼ ਨਾਲ ਹੀ ਆਪਣੇ ਆਪ ਨੂੰ ਚਲਾਉਣਾ ਸ਼ੁਰੂ ਕਰ ਲਓ। ਮੈਂ ਇਹਨਾਂ ਦੋਨਾਂ ਗੱਲਾਂ ਦੇ ਹੱਕ 'ਚ ਨਹੀਂ, ਕਿਉਂਕਿ ਮੇਰੇ ਤੋਂ ਮੈਨੂੰ ਇਹ ਲੱਗਦਾ ਜਾਂ ਇਸ ਤਰ੍ਹਾਂ ਕਿ ਜਿਹੜੀ ਫਰੀਡਮ ਹੈ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ ਕਿਸੇ ਜੀਵ ਆਤਮਾ ਦੀ। ਤਾਂ ਅਸੀਂ ਫਰੀਡਮ ਨੂੰ ਕਿਸੇ ਵੀ ਹਾਲਤ ਛੱਡਣਾ ਨਹੀਂ ਚਾਹੁੰਦੇ। ਜਦੋਂ ਆਪਾਂ ਇਹ ਕਹਿੰਦੇ ਹਾਂ ਨਾ ਬਈ ਬੰਦੇ ਕੋਲ ਬੈਂਕ ਬੈਲੈਂਸ ਚਾਹੀਦਾ ਹੈ, ਬੰਦੇ ਕੋਲ ਸਿਹਤ ਚਾਹੀਦੀ ਹੈ, ਬੰਦੇ ਕੋਲ ਛੱਤ ਚਾਹੀਦੀ ਹੈ, ਤਾਂ ਉਹਦਾ ਇਹ ਮਤਲਬ ਨਹੀਂ ਹੈ ਕਿ ਆਪਾਂ ਇਹ ਚੀਜ਼ਾਂ ਲੈ ਕੇ ਦੇਣ ਨੂੰ ਕਹਿੰਦੇ ਹਾਂ। ਠੀਕ ਹੈ ਨਾ। ਅਤੇ ਧੰਨੇ ਭਗਤ ਵਾਲੀ ਗੱਲ ਆਪਾਂ ਕਰਦੇ ਹਾਂ। ਧੰਨੇ ਭਗਤ ਦੀ ਆਪਾਂ ਗੱਲ ਬਹੁਤ ਵਾਰ ਕਰਦੇ ਹੁੰਦੇ, ਆਪਣੀ ਇਸ ਕਿਤਾਬ ਦੇ ਵਿੱਚ ਵੀ ਧੰਨੇ ਭਗਤ ਦੀ ਆਪਾਂ ਗੱਲ ਕੀਤੀ ਹੈ। ਜਿਹੜਾ ਉਹ ਕਹਿੰਦਾ ਵੀ ਮੈਨੂੰ ਘਿਓ ਦਹੀਂ ਅਤੇ ਪੰਜੀਰੀ ਰਲਾ ਕੇ ਖਾਵਾਂਗੇ, ਸੋਹਣੀ ਜਿਹੀ ਕੋਈ ਵਾਈਫ ਦਹੀਂ, ਅਤੇ ਚੜ੍ਹਨ ਨੂੰ ਘੋੜੀ ਦਹੀਂ, ਖਾਣ ਨੂੰ ਅੰਨ ਦਹੀਂ। ਠੀਕ ਹੈ ਨਾ। ਅਤੇ ਉਹ ਉੱਥੇ ਉਹ ਨਹੀਂ ਮੰਗਦਾ ਹੈਗਾ। ਆਪਾਂ ਵੀ ਇੱਥੇ ਇਹ ਨਹੀਂ ਕਹਿੰਦੇ ਵੀ ਤੁਸੀਂ ਬੈਂਕ ਬੈਲੈਂਸ ਬਣਾ ਲਓ, ਤਾਂ ਸਾਰੇ ਕਹਿਣਗੇ ਜੇ ਬੈਂਕ ਬੈਲੈਂਸ ਬਣਾ ਲਓ ਤਾਂ ਮਾਇਆ ਦਾ ਜਾਲ ਤਾਂ ਤੁਸੀਂ ਕਰੀ ਜਾਂਦੇ ਹੋ, ਤੁਸੀਂ ਕਰਦੇ ਕੀ ਹੋ। ਆਪਾਂ ਇਹ ਤਿੰਨੇ ਚੀਜ਼ਾਂ ਨਹੀਂ ਕਹਿੰਦੇ। ਆਪਾਂ ਕਹਿੰਦੇ ਹਾਂ ਕਿ ਤੁਸੀਂ ਫ੍ਰੀ ਹੋਣੇ ਚਾਹੀਦੇ। ਤਾਂ ਸੁਤੰਤਰਤਾ ਦੀ ਜਿਹੜੀ ਗੱਲ ਹੈਗੀ ਨਾ, ਆਪਾਂ ਇਹ ਉਸ ਸੁਤੰਤਰਤਾ ਦੀ ਗੱਲ ਕਰਦੇ ਹਾਂ। ਠੀਕ ਹੈ। ਅਤੇ ਹੁਣ ਆ ਗਈ ਗੱਲ ਇਹ, ਪਰ ਜਦੋਂ ਤੁਸੀਂ ਮੈਨੂੰ ਪੁੱਛ ਲਿਆ ਤਾਂ ਮੈਨੂੰ ਕੁਛ ਤਾਂ ਕਹਿਣਾ ਚਾਹੀਦਾ ਹੀ ਆ। ਠੀਕ ਨਹੀਂ। ਤਾਂ ਹਾਂ, ਆਪਾਂ ਇਹ ਵੀ ਕਹਿੰਦੇ ਹਾਂ। ਮੈਂ ਤੁਹਾਨੂੰ ਇਹ ਕਹਿਣਾ ਕਿ 40 ਕੱਟੋ। ਹੁਣ ਇਹ 40 ਕੱਟੋ ਦਾ ਮਤਲਬ ਹੈ ਕਿ ਜਿਹੜੀ ਗੱਲ ਹੁਣ ਮੈਂ ਕਹਿਣ ਲੱਗਿਆ, ਇਸ ਗੱਲ ਦੇ ਉੱਤੇ ਤੁਸੀਂ 40 ਦਿਨ ਪਹਿਰਾ ਦੇਣਾ। ਲਗਾਤਾਰ, ਬਿਨਾਂ ਨਾਗੇ, ਬਿਨਾਂ ਚਲਾਕੀ ਦੇ। ਜੇ ਤੁਸੀਂ ਜੋ ਮੈਂ ਪਿੱਛੇ ਤੁਹਾਨੂੰ ਗੱਲ ਕਹੀ ਹੈ ਤਾਂ ਤੁਸੀਂ ਉਸ ਨੂੰ 40 ਦਿਨ ਲਾਗੂ ਕਰੋ। ਜਿਹੜੀ ਹੁਣ ਤੱਕ ਆਪਾਂ ਗੱਲ ਕੀਤੀ ਹੈ, ਜਿਹਦੇ 'ਚ ਆਪਾਂ ਕਿਹਾ ਵੀ ਸਵੇਰੇ ਸ਼ਾਮ ਤੁਹਾਨੂੰ ਬੈਠਣਾ ਵੀ ਚਾਹੀਦਾ, ਅਤੇ ਵਰਤੋਂ ਵਿਹਾਰ ਸੁਚੱਜਾ ਕਰਨਾ ਚਾਹੀਦਾ, ਜਿਹੜਾ ਮੈਂ ਤੁਹਾਨੂੰ ਕਿਹਾ।
ਵਰਤੋਂ ਵਿਹਾਰ ਨੂੰ ਆਪਾਂ ਐਕਸਪਲੇਨ ਵੀ ਕਰ ਲਿਆ। ਹਾਂਜੀ ਉਹਦੇ 'ਚ ਵਰਤੋਂ ਦੇ 'ਚ ਆਪਾਂ ਕਿਹਾ ਵੀ ਆਪਾਂ ਨੂੰ ਤਿਆਰ ਹੋਣਾ ਚਾਹੀਦਾ, ਸਾਡੇ ਜੋ ਅਵੇਲੇਬਲ ਸਾਨੂੰ ਚੀਜ਼ਾਂ ਨੇ, ਹਾਂਜੀ ਜੋ ਪਰਮਾਤਮਾ ਤੋਂ ਸਾਨੂੰ ਮਿਲੀਆਂ ਨੇ, ਉਹਨਾਂ ਨੂੰ ਅਸੀਂ ਲਾਗੂ ਕਰਨਾ ਧਰਤੀ 'ਤੇ। ਠੀਕ ਫਿਰ ਆਪਾਂ ਵਿਵਹਾਰ, ਲੋਕਾਂ ਦੇ ਵਿੱਚ ਵਿਵਹਾਰ ਦੀ ਗੱਲ ਕੀਤੀ ਹੈ। ਜੀ ਉਹਦੇ ਵਿੱਚ ਆਪਾਂ ਕੁਝ ਗੁਣਾਂ ਦੀ ਗੱਲ ਕੀਤੀ ਸੀ। ਜੇ ਆਪਾਂ ਉਹਨਾਂ ਸਾਰਿਆਂ ਨੂੰ ਲਾਗੂ ਕਰ ਦਈਏ ਹਾਂਜੀ ਤੇ 40 ਦਿਨ ਤੱਕ ਕਰੀਏ ਜੀ ਤਾਂ ਤੁਹਾਨੂੰ ਮਿਲੂਗਾ ਇਹ। ਪਹਿਲੀ ਗੱਲ ਤਾਂ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂ, ਮੇਰੇ ਤੋਂ ਪੁੱਛਣ ਦੀ ਲੋੜ ਹੀ ਨਹੀਂ। ਤੁਹਾਨੂੰ ਇੱਕ ਤਾਂ ਖੁਸ਼ੀ ਮਿਲੂਗੀ ਤੇ ਖੁਸ਼ਹਾਲੀ ਮਿਲੂਗੀ। ਹਾਂਜੀ ਖੁਸ਼ੀ ਦਾ ਮਤਲਬ ਹੈਗਾ ਇਹ ਕਿ ਤੁਸੀਂ ਮਾਨਸਿਕ ਤੌਰ ਦੇ ਉੱਤੇ ਆਜ਼ਾਦ ਜਿਹਾ ਫੀਲ ਕਰੋਗੇ ਜੀ। ਤੇ ਚੰਗਾ ਚੰਗਾ ਫੀਲ ਕਰੋਗੇ, ਜਿਹਨੂੰ ਅਸੀਂ ਖੁਸ਼ੀ ਕਹਿੰਦੇ ਹਾਂ। ਜੀ ਖੁਸ਼ਹਾਲੀ ਦਾ ਮਤਲਬ ਹੈ ਜਿਹੜਾ ਵੀ ਤੁਸੀਂ ਕਾਰੋਬਾਰ ਕਰਦੇ ਹੋ, ਜਿਸ ਤਰ੍ਹਾਂ ਦਾ ਵੀ, ਉਸ ਦੇ ਵਿੱਚ ਤੁਹਾਨੂੰ ਪੋਜ਼ੀਟਿਵ ਰਿਜ਼ਲਟਸ ਆਉਣਗੇ। ਇਹ ਗੱਲ ਬਿਲਕੁਲ ਪੱਕੀ ਹੈ। ਜੀ ਇਹ ਇੱਕ ਗੱਲ ਤੁਹਾਡੇ ਵਿੱਚ ਜਦੋਂ ਤੁਸੀਂ ਕਰੋਗੇ ਹਾਂਜੀ ਤਾਂ 40ਵੇਂ ਦਿਨ 'ਚ ਇੱਕ ਗੁਰਬਾਣੀ 'ਚ ਟੂਕ ਹੈ, ਹਾਂਜੀ ਉਹ ਹੈ ਅਗਾਂਹ ਕੂ ਤਰਾਂਗ। ਅੱਛਾ ਜੀ, ਅਗਾਂਹ ਕੂ ਤਰਾਂਗ, ਤੂੰ ਅੱਗੇ ਵਧਣ ਦੇ ਲਈ ਸਟਰਗਲ ਕਰ। ਠੀਕ ਹੈ ਇਹਨੂੰ ਅੰਗਰੇਜ਼ੀ 'ਚ ਆਪਾਂ ਟ੍ਰਾਂਸੈਂਡ ਕਰਨਾ ਕਹਿੰਦੇ ਹਾਂ, ਜਿਹੜੀ ਆਪਾਂ ਉੱਚਾ ਉੱਠਣਾ। ਠੀਕ ਹੈ ਤਾਂ ਤੁਹਾਡੇ ਵਿੱਚ ਇੱਕ ਇਹ ਫੀਲਿੰਗ ਆਊਗੀ। ਜੇ ਤੁਸੀਂ ਇਹ 40 ਇਸ ਤਰ੍ਹਾਂ ਕੱਟੋਗੇ ਦਾ ਮਤਲਬ ਹੈ ਡਿਸਿਪਲਿਨ ਹੋ ਕੇ ਇਹਨੂੰ ਲਾਗੂ ਕਰੋਗੇ ਤਾਂ ਤੁਹਾਨੂੰ ਖੁਸ਼ੀ ਤੇ ਖੁਸ਼ਹਾਲੀ ਪੱਕੀ ਮਿਲੂ। ਜੀ ਠੀਕ ਹੈ ਨਾ, ਜਿਹੜੀ ਗੱਲ ਤੁਸੀਂ ਮੈਨੂੰ ਪੁੱਛ ਲਈ। ਠੀਕ ਦੂਜਾ, ਤੁਹਾਡੇ ਵਿੱਚ ਉਤਸ਼ਾਹ ਪੈਦਾ ਹੋ ਕਿ ਤੁਸੀਂ ਅੱਗੇ ਵਧਣ ਦੀ, ਮੀਨਸ ਸਪਿਰਿਚੁਅਲ ਫੀਲਡ ਦੇ ਵਿੱਚ ਐਂਟਰੀ ਠੀਕ ਹੈ ਤੇ ਉਸ ਸੱਚੇ ਰਾਹ ਦੇ ਉੱਤੇ ਤੁਰਨ ਦੀ ਆਪਣੀ ਤੁਸੀਂ ਕੋਸ਼ਿਸ਼ ਕਰ ਲਓਗੇ। ਤੇ ਇਹਦੇ 'ਚ ਆ ਕੇ ਹੁਣ ਆਪਾਂ ਨੂੰ ਫਰੀਦ ਜੀ ਆ ਗਏ ਯਾਦ। ਹਾਂਜੀ ਉਹਨਾਂ ਦਾ ਜਿਹੜੀ ਗੱਲ ਹੈਗੀ, ਇਹਨੂੰ ਲੜ ਬੰਨ੍ਹ ਲੈਣਾ ਚਾਹੀਦਾ। ਉਹ ਕਹਿੰਦੇ ਕਿ ਫਰੀਦਾ ਗਲੀਆਂ ਚਿੱਕੜ ਦੂਰ ਕਰ, ਨਾਲ ਪਿਆਰੇ ਨੇ ਜੀ ਚਲਾਂ ਤਾਂ ਭਿੱਜੇ ਕੰਬਲੀ, ਰਾਹਾਂ ਤਾਂ ਟੁੱਟੇ ਨੇ। ਕੁਐਸਚਨ ਆ ਗਿਆ ਕਿ ਰਾਹ ਜਿਹੜੇ ਹੈਗੇ ਹਾਂਜੀ ਉਹ ਬਾਰਿਸ਼ ਕਰਕੇ ਚਿੱਕੜ ਦੇ ਹੋ ਗਏ, ਤੇ ਪਰ ਮੇਰੀ ਦੋਸਤੀ ਉਹਦੇ ਨਾਲ ਲੱਗੀ ਹੋਈ ਹੈ, ਹਾਂਜੀ ਪਰਮਾਤਮਾ ਦੇ ਨਾਲ ਜਾਣਾ ਮੇਰਾ ਜ਼ਰੂਰੀ ਹੈ। ਉਹ ਕਹਿੰਦੇ ਰਾਹ ਦੇ ਵਿੱਚ ਕੀ ਹੋ, ਚਲਾਂ ਤਾਂ ਭਿੱਜੇ ਕੰਬਲੀ, ਮੇਰੇ ਕੱਪੜੇ ਜਿਹੜੇ ਹੈਗੇ ਭਿੱਜ ਜਾਣਗੇ, ਹਾਂਜੀ ਰਾਹਾਂ ਤਾਂ ਟੁੱਟੇ ਨੇ। ਜੇ ਮੈਂ ਨਹੀਂ ਜਾਣਾ ਤਾਂ ਮੇਰਾ ਉਹਦੇ ਨਾਲ ਪਿਆਰ ਨਹੀਂ ਰਹਿਣਾ, ਲਗਾ ਨਹੀਂ ਰਹਿਣਾ ਪਰਮਾਤਮਾ ਨਾਲ। ਠੀਕ ਜਿਹੜੇ ਅਗਾਂਹ ਕੂ ਤਰਾਂਗ ਵਾਲੀ ਆਪਾਂ ਗੱਲ ਕਰਦੇ ਹਾਂ, ਹਾਂਜੀ ਉਹ ਕਹਿੰਦਾ ਕਿ ਭਿੱਜਿਓ ਸਿੱਜਿਓ ਕੰਬਲੀ, ਅੱਲਾ ਵਰਸੋਂ ਮੇ। ਕਹਿੰਦੇ ਇਹ ਮੇਰੇ ਕੱਪੜਿਓ, ਹਾਂਜੀ ਕੰਬਲੀ ਹੁੰਦੀ ਹੈਗੀ ਫਕੀਰਾਂ ਦਾ ਉਡਨ। ਠੀਕ ਹੈ ਕੰਬਲੀ ਬਹੁਤ ਮਸ਼ਹੂਰ ਹੈਗੀ, ਹਾਂਜੀ ਤੇ ਸੂਫੀ ਫਕੀਰ ਦੀ ਕੰਬਲੀ ਦਾ ਬਹੁਤ ਕਮਾਲ ਦਾ ਜ਼ਿਕਰ ਹੈਗਾ। ਹਾਂਜੀ ਤੇ ਭਿੱਜਿਓ ਸਿੱਜਿਓ ਕੰਬਲੀ ਅੱਲਾ ਵਰਸੋਂ ਮੇ, ਕਿਉਂਕਿ ਜੋ ਕੁਛ ਕੀਤਾ ਹੁੰਦਾ ਉਹਦਾ ਹੀ ਕੀਤਾ ਹੁੰਦਾ। ਜੀ ਠੀਕ ਹੈ। ਤੇ ਜਾਏ ਮਿਲਾਂ ਤਿਨ ਸੱਜਣ, ਟੁੱਟੇ ਨਾ ਹੀਨੇ। ਤੇ ਮੈਨੂੰ ਚਾਹੀਦਾ ਹੈ ਕਿ ਮੈਂ ਆਪਣੇ ਸੱਜਣ ਨੂੰ ਮਿਲਾਂ ਤਾਂ ਕਿ ਮੇਰਾ ਪਿਆਰ ਉਹਦੇ ਨਾਲ ਬਣਿਆ ਰਹੇ। ਜੀ ਮਤਲਬ ਜੇ ਜ਼ਿੰਦਗੀ 'ਚ ਮੁਸ਼ਕਿਲਾਂ ਵੀ ਆਉਂਦੀਆਂ, ਰੋਕਾਂ ਰੁਕਾਵਟਾਂ ਵੀ ਆਉਂਦੀਆਂ ਨੇ, ਹਾਂਜੀ ਉਹਨਾਂ ਨੂੰ ਉਹਦੀਆਂ ਦਿੱਤੀਆਂ ਹੋਈਆਂ ਮੰਨ ਕੇ ਕਹਿ ਕੇ ਚੱਲ ਜਾਣਾ ਚਾਹੀਦਾ। ਇੱਕ ਇੱਥੇ ਆਪਾਂ ਨੂੰ ਚਾਈਨੀਜ਼ ਯਾਦ ਆ ਗਏ, ਹਾਂਜੀ ਡਾਓਇਜ਼ਮ ਵਾਲੇ। ਉਹਨਾਂ ਦੀ ਬੜੀ ਪਿਆਰੀ ਚੀਜ਼ ਹੈ ਡਾਓਇਜ਼ਮ ਦੀ, ਉਹ ਵੀ ਗੁਰਮੰਤਰ ਹੀ ਹੈ। ਜੀ ਉਹ ਕਹਿੰਦੇ ਗੋ ਵਿਦ ਦੀ ਫਲੋ। ਆਪਾਂ ਇਹਦੇ ਨਾਲ ਸੰਪੂਰਨ ਕਰਦੇ ਹਾਂ, ਤੇ ਇਹਦੇ ਨਾਲ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਵਿਚਾਰ ਕਰ ਲੈਣਾ। ਹੋਰ ਕੋਈ ਕੁਐਸਚਨ? ਇਹ ਸਮਾਂ ਹੋ ਰਿਹਾ ਜੀ, ਹੁਣ ਇਜਾਜ਼ਤ ਲਈਏ ਜੀ। ਚਲੋ ਸਮਾਂ ਹੋ ਰਿਹਾ ਜੀ, ਹੁਣ ਸਾਨੂੰ ਦਿਓ ਇਜਾਜ਼ਤ। ਅਗਲੇ ਹਫਤੇ ਅੱਜ ਦੇ ਹੀ ਦਿਨ ਵੈਨਕੂਵਰ ਸਮੇਂ ਅਨੁਸਾਰ ਸ਼ਨੀਵਾਰ ਸ਼ਾਮ 6:30 ਵਜੇ ਅਤੇ ਭਾਰਤੀ ਸਮੇਂ ਦੇ ਅਨੁਸਾਰ ਐਤਵਾਰ ਸਵੇਰੇ 7 ਵਜੇ ਫਿਰ ਮਿਲਾਂਗੇ। ਉਦੋਂ ਤੱਕ ਲਈ ਸਾਨੂੰ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।
ਸਮਾਪਤੀ। हे